ਹੈਲੋ ਸਟੂਡੈਂਟਸ, ਆਪਾਂ ਇਸ ਚੈਨਲ ਦੇ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਅੱਜ ਦਾ ਆਪਣਾ ਥਾਟ ਹੈ ਆਈ ਨੈਵਰ ਡ੍ਰੀਮਡ ਫॉर ਸਕਸੈਸ, ਆਈ ਵਰਕਡ ਫॉर ਸਕਸੈਸ। ਹਾਂਜੀ, ਕਿ ਅਸੀਂ ਅਜੋ ਸਫਲਤਾ ਹਾਸਲ ਕਰਨ ਦੇ ਲਈ ਸਿਰਫ ਸੁਪਨੇ ਨਹੀਂ ਦੇਖਦੇ, ਅਸੀਂ ਸਫਲਤਾ ਹਾਸਲ ਕਰਨ ਦੇ ਲਈ ਸਖਤ ਮਿਹਨਤ ਵੀ ਕਰਦੇ ਹਾਂ। ਠੀਕ ਹੈ, ਸਫਲਤਾ ਹਾਸਲ ਕਰਨ ਵਾਸਤੇ ਆਪਾਂ ਨੂੰ ਕੀ ਹੈ, ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਆਪਾਂ ਸਿਰਫ ਕੁਛ ਬਣਨ ਦਾ ਸੁਪਨਾ ਹੀ ਦੇਖੀਏ। ਆਪਾਂ ਇਸ ਚੈਨਲ ਉੱਪਰ ਇੱਕ ਚੈਪਟਰ ਜਿਹੜਾ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ ਸੈਕਿੰਡ ਚੈਪਟਰ ਸਟਾਰਟ ਕਰਾਂਗੇ, ਜਿਸ ਦਾ ਨਾਮ ਹੈ ਫੋਰਸ ਐਂਡ ਲਾਜ਼ ਆਫ ਮੋਸ਼ਨ, ਬਲ ਅਤੇ ਗਤੀ ਦੇ ਨਿਯਮ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਫੋਰਸ ਕੀ ਚੀਜ਼ ਹੁੰਦੀ ਆ। ਫੋਰਸ ਕੀ ਚੀਜ਼ ਹੈ? ਬਲ ਕਹਿੰਦੇ ਹਾਂ ਜਿਹਨੂੰ ਆਪਾਂ। ਫੋਰਸ ਇਜ਼ ਡਿਫਾਈਨਡ ਐਜ਼ ਐਨ ਐਕਸਟਰਨਲ ਕਾਊਜ਼ that change or tends to change the state of body once applied। ਫੋਰਸ ਕੀ ਚੀਜ਼ ਹੁੰਦੀ ਹੈ? ਇਸ ਤਰ੍ਹਾਂ ਚੀਜ਼ ਕੋਈ ਵੀ ਐਕਸਟਰਨਲ, ਕੋਈ ਵੀ ਬਾਹਰੀ ਕੋਈ ਚੀਜ਼ ਹੈ ਜਿਹੜੀ ਕਿਸੇ ਬੋਡੀ ਦੀ ਸਟੇਟ ਨੂੰ ਬਦਲ ਦੇਵੇ। ਸਟੇਟ ਨੂੰ ਬਦਲਣ ਦਾ ਮਤਲਬ ਕਿ ਮੰਨ ਲਓ ਕੋਈ ਆਬਜੈਕਟ ਆ, ਕੋਈ ਬੋਡੀ ਇੱਥੇ ਪਈ ਹੈ, ਠੀਕ ਹੈ, ਆਪਾਂ ਕੀ ਕੀਤਾ, ਬਾਹਰੋਂ ਕੋਈ ਫੋਰਸ ਅਪਲਾਈ ਕੀਤੀ, ਉਹ ਕੀ ਹੈ, ਮੋਸ਼ਨ ਦੇ ਵਿੱਚ ਆ ਗਈ, ਗਤੀ ਦੇ ਵਿੱਚ ਆ ਗਈ, ਤਾਂ ਕੀ ਸਟੇਟ ਚੇਂਜ ਹੋ ਗਈ ਉਹਦੀ। ਪਹਿਲਾਂ ਕੀ ਸੀ, ਰੈਸਟ ਦੇ ਵਿੱਚ ਸੀ, ਹੁਣ ਕੀ ਹੋ ਗਈ, ਮੋਸ਼ਨ ਦੇ ਵਿੱਚ ਹੋ ਗਈ, ਸਟੇਟ ਚੇਂਜ ਹੋ ਗਈ। ਤਾਂ ਇਹਦਾ ਮਤਲਬ ਆਪਾਂ ਕੀ ਅਪਲਾਈ ਕੀਤਾ, ਕੋਈ ਬਾਹਰੋਂ ਫੋਰਸ ਅਪਲਾਈ ਕੀਤੀ ਆ। ਫੋਰਸ ਨੂੰ ਆਪਾਂ ਸਿੰਪਲੀ ਕੀ ਕਹਿ ਸਕਦੇ ਹਾਂ ਕਿ ਕੋਈ ਵੀ ਪੁਸ਼ ਜਾਂ ਫਿਰ ਪੁੱਲ ਇਜ਼ ਕਾਲਡ ਫੋਰਸ। ਕਿ ਆਪਾਂ ਧੱਕਾ ਲਗਾਉਂਦੇ ਹਾਂ ਕਿਸੇ ਚੀਜ਼ ਨੂੰ, ਜਾਂ ਫਿਰ ਕਿਸੇ ਚੀਜ਼ ਨੂੰ ਆਪਣੇ ਵੱਲ ਖਿੱਚਦੇ ਹਾਂ, ਉਸ ਚੀਜ਼ ਨੂੰ ਕੀ ਕਹਿੰਦੇ ਹਾਂ ਆਪਾਂ, ਬਲ, ਫੋਰਸ ਕਹਿੰਦੇ ਹਾਂ। ਕੁਛ ਇਹਦੀਆਂ ਟਰਮਸ ਨੇ ਜਿਹੜੀਆਂ ਆਪਾਂ ਯਾਦ ਕਰਨੀਆਂ ਨੇ। ਦ ਡਾਇਰੈਕਸ਼ਨ ਇਨ ਵਿਚ ਦ ਫੋਰਸ ਐਕਟ ਇਜ਼ ਕਾਲਡ ਡਾਇਰੈਕਸ਼ਨ ਆਫ ਫੋਰਸ। ਕਿ ਜਿਹੜੀ ਡਾਇਰੈਕਸ਼ਨ ਦੇ ਵਿੱਚ ਫੋਰਸ ਲਗਾਈ ਜਾਂਦੀ ਹੈ, ਮੰਨ ਲਓ ਇਸ ਡਾਇਰੈਕਸ਼ਨ ਦੇ ਵਿੱਚ ਲਗਾਈ ਜਾ ਰਹੀ ਹੈ, ਇਸ ਦਿਸ਼ਾ ਦੇ ਵਿੱਚ, ਤਾਂ ਆਪਾਂ ਬੋਲਾਂਗੇ ਕਿ ਇਹ ਜਿਹੜੀ ਦਿਸ਼ਾ ਉਹ ਕੀ ਹੈ, ਡਾਇਰੈਕਸ਼ਨ ਹੈਗੀ ਫੋਰਸ ਦੀ। ਸੈਕਿੰਡ ਪੁਆਇੰਟ ਹੈ ਇਟ ਇਜ਼ ਅ ਵੈਕਟਰ ਕੁਆਂਟਿਟੀ। ਆਪਾਂ ਨੂੰ ਚੰਗੀ ਤਰ੍ਹਾਂ ਨਾਲ ਪਤਾ ਹੈ ਕਿ ਵੈਕਟਰ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦਾ ਮੈਗਨੀਟਿਊਡ ਵੀ ਹੁੰਦਾ ਹੈ ਅਤੇ ਡਾਇਰੈਕਸ਼ਨ ਵੀ ਹੁੰਦੀ ਆ, ਮਾਤਰਾ ਵੀ ਹੁੰਦੀ ਹੈ, ਦਿਸ਼ਾ ਵੀ ਹੁੰਦੀ ਆ, ਉਹ ਕੀ ਹੁੰਦੀ ਹੈ, ਵੈਕਟਰ ਕੁਆਂਟਿਟੀ। ਥਰਡ ਪੁਆਇੰਟ ਹੈ ਐਸਆਈ ਯੂਨਿਟ ਆਫ ਫੋਰਸ ਇਜ਼ ਨਿਊਟਨ। ਇਹਦੀ ਸਟੈਂਡਰਡ ਯੂਨਿਟ ਹੈ, ਐਸਆਈ ਯੂਨਿਟ ਆਪਾਂ ਨੇ ਯਾਦ ਕਰਨਾ ਹੈ, ਨਿਊਟਨ। ਕਲੀਅਰ। ਨੈਕਸਟ ਹੈ ਆਪਣੇ ਕੋਲ ਇਫੈਕਟ ਆਫ ਫੋਰਸ, ਬਲ ਦੇ ਪ੍ਰਭਾਵ, ਕਿ ਫੋਰਸ ਕਰਕੇ ਕੀ ਕੀ ਚੀਜ਼ਾਂ ਹੋ ਸਕਦੀਆਂ ਨੇ। ਫਸਟ ਹੈਗਾ ਆ ਫੋਰਸ ਕੈਨ ਮੂਵ ਆ ਸਟੇਸ਼ਨਰੀ ਬੋਡੀ। ਸਟੇਸ਼ਨਰੀ ਦਾ ਮਤਲਬ ਕੀ ਹੈ ਕਿ ਕੋਈ ਚੀਜ਼ ਹੈ ਜਿਹੜੀ ਖੜੀ ਹੈ, ਰੈਸਟ ਪੋਜੀਸ਼ਨ ਦੇ ਵਿੱਚ ਹੈ, ਆਰਾਮ ਦੇ ਵਿੱਚ ਹੈ, ਜਾਂ ਫਿਰ ਵਿਰਾਮ ਅਵਸਥਾ ਦੇ ਵਿੱਚ ਹੈ, ਠੀਕ ਹੈ, ਸਟੇਸ਼ਨਰੀ ਬੋਡੀ। ਤਾਂ ਆਪਾਂ ਕਹਾਂਗੇ ਕੋਈ ਵੀ ਸਟੇਸ਼ਨਰੀ ਬੋਡੀ ਹੈ ਜਿਹੜੀ, ਉਹ 'ਤੇ ਫੋਰਸ ਲਾ ਕੇ ਆਪਾਂ ਉਹਨੂੰ ਗਤੀ 'ਚ ਲੈ ਕੇ ਆ ਸਕਦੇ ਹਾਂ। ਸੈਕਿੰਡ ਪੁਆਇੰਟ ਹੈਗਾ ਕਿ ਕੋਈ ਵੀ ਜਦੋਂ ਆਪਾਂ ਫੋਰਸ ਕਿਸੇ ਬੋਡੀ 'ਤੇ ਲਗਾਉਂਦੇ ਹਾਂ, ਕੋਈ ਬੋਡੀ ਮੋਸ਼ਨ ਦੇ ਵਿੱਚ ਹੈ, ਅਗਰ ਆਪਾਂ ਫੋਰਸ ਲਗਾ ਕੇ ਉਹਨੂੰ ਰੋਕ ਵੀ ਸਕਦੇ ਹਾਂ, ਜਿਸ ਤਰ੍ਹਾਂ ਨਾਲ ਕਿ ਆਪਾਂ ਬ੍ਰੇਕ ਲਗਾ ਕੇ ਕੋਈ ਵੀ ਵਹੀਕਲ ਨੂੰ ਰੋਕ ਲੈਂਦੇ ਹਾਂ। ਥਰਡ ਪੁਆਇੰਟ ਹੈਗਾ ਆ ਫੋਰਸ ਕੈਨ ਚੇਂਜ ਦ ਸਪੀਡ ਆਫ ਮੂਵਿੰਗ ਬੋਡੀ। ਕਿ ਕੋਈ ਬੋਲ ਸੀ, ਉਹ ਕੀ ਹੈ, ਹੌਲੀ ਹੌਲੀ ਜਿਹੜਾ ਮੂਵ ਕਰ ਰਹੀ ਸੀ, ਆਪਾਂ ਨੇ ਕੀ ਕੀਤਾ, ਉਹਨੂੰ ਜ਼ੋਰ ਦੀ ਕਿੱਕ ਮਾਰੀ ਤਾਂ ਉਹਦੀ ਕੀ ਸਪੀਡ ਵੱਧ ਗਈ, ਉਹਦੀ ਚਾਲ ਵੱਧ ਗਈ। ਤਾਂ ਆਪਾਂ ਕੀ ਹੈ, ਫੋਰਸ ਲਗਾ ਕੇ ਕਿਸੇ ਵੀ ਚੀਜ਼ ਦੀ ਸਪੀਡ ਆ ਜਿਹੜੀ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਫੋਰਥ ਪੁਆਇੰਟ ਹੈਗਾ ਇਟ ਕੈਨ ਚੇਂਜ ਦ ਡਾਇਰੈਕਸ਼ਨ ਆਫ ਮੂਵਿੰਗ ਬੋਡੀ। ਫੋਰਸ ਦੇ ਨਾਲ ਆਪਾਂ ਕੀ ਦਿਸ਼ਾ ਵੀ ਬਦਲ ਸਕਦੇ ਹਾਂ। ਮੰਨ ਲਓ ਕਿ ਕੋਈ ਚੀਜ਼ ਸੀ ਜਿਹੜੀ ਇਸ ਦਿਸ਼ਾ ਦੇ ਵਿੱਚ ਜਾ ਰਹੀ ਸੀ, ਆਪਾਂ ਇੱਧਰੋਂ ਕੀ ਹੈ, ਇਹਦੇ 'ਤੇ ਫੋਰਸ ਲਗਾਈ, ਕੋਈ ਬਲ ਲਗਾਇਆ, ਤਾਂ ਇਹਨੇ ਆਪਣੀ ਦਿਸ਼ਾ ਬਦਲਤੀ, ਇੱਧਰ ਨੂੰ ਮੂਵ ਕਰਨ ਲੱਗ ਗਈ ਇਹ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ ਵੀ ਡਾਇਰੈਕਸ਼ਨ ਆਫ ਮੂਵਿੰਗ ਬੋਡੀ ਵੀ ਆਪਾਂ ਚੇਂਜ ਕਰ ਸਕਦੇ ਹਾਂ। ਇੱਕ ਹੈਗਾ ਇਟ ਕੈਨ ਚੇਂਜ ਦਾ ਸ਼ੇਪ ਐਂਡ ਸਾਈਜ਼ ਆਫ ਦਾ ਬੋਡੀ। ਕਿ ਆਪਾਂ ਸ਼ੇਪ ਜਾਂ ਸਾਈਜ਼ ਵੀ ਚੇਂਜ ਕਰ ਸਕਦੇ ਹਾਂ। ਜਿਸ ਤਰ੍ਹਾਂ ਨਾਲ ਆਪਾਂ ਕੋਈ ਬੋਲ ਵਗੈਰਾ, ਗੇਂਦ ਵਗੈਰਾ ਲੈ ਕੇ ਉਹਨੂੰ ਹੱਥਾਂ ਦੇ ਵਿੱਚ ਆਪਾਂ ਪ੍ਰੈਸ ਕਰਨ ਲੱਗ ਜਾਂਦੇ ਹਾਂ, ਦਬਾਉਣ ਲੱਗ ਜਾਈਏ, ਠੀਕ ਹੈ, ਤਾਂ ਉਹਦਾ ਕੀ ਹੈ, ਸ਼ੇਪ, ਸਾਈਜ਼ ਕੀ ਹੈ, ਚੇਂਜ ਹੋ ਜਾਂਦਾ। ਤਾਂ ਇਹ ਵੀ ਕੀ ਹੈ, ਫੋਰਸ ਕਰਕੇ ਹੁੰਦਾ ਹੈ। ਇਹਨਾਂ 5 ਪੁਆਇੰਟਸ ਨੂੰ ਤੁਸੀਂ ਕਲੀਅਰਲੀ ਯਾਦ ਕਰਨਾ ਹੈ। ਨੈਕਸਟ ਆਪਣੇ ਕੋਲ ਕੁਛ ਹੈਗਾ ਟਾਈਪਸ ਆਫ ਫੋਰਸ। ਫੋਰਸ ਦੀਆਂ 2 ਟਾਈਪਸ ਨੇ ਆਪਣੇ ਕੋਲ, ਕੰਟੈਕਟ ਫੋਰਸ ਐਂਡ ਨੋਨ ਕੰਟੈਕਟ ਫੋਰਸ। ਹੁਣ ਕੰਟੈਕਟ ਫੋਰਸ ਕੀ ਚੀਜ਼ ਹੁੰਦੀ ਆ? ਕੰਟੈਕਟ ਦਾ ਮਤਲਬ ਹੁੰਦਾ ਸੰਬੰਧ, ਕੁਛ ਨਾਲ ਸੰਬੰਧ ਹੋਵੇ, ਟੱਚ ਕਰ ਸਕੀਏ ਆਪਾਂ ਚੀਜ਼ ਨੂੰ। ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਟੱਚ ਕਰਕੇ ਉਹਦੇ 'ਤੇ ਫੋਰਸ ਲਗਾਉਣੇ ਆ, ਉਹਨੂੰ ਆਪਾਂ ਕਹਿੰਦੇ ਹਾਂ ਕੰਟੈਕਟ ਫੋਰਸ। ਫੋਰਸ ਦੈਟ ਐਕਟ ਬਿਟਵੀਨ 2 ਆਬਜੈਕਟਸ ਦੈਟ ਆਰ ਫਿਜ਼ੀਕਲੀ ਟਚਿੰਗ ਈਚ ਅਦਰ। ਜਿਹੜੇ ਫਿਜ਼ੀਕਲੀ ਰਿਲੇਟ ਹੋਣ, ਜਿਸ ਤਰ੍ਹਾਂ ਨਾਲ ਕਿ ਇਹ ਬਾਕਸ ਹੈ, ਬਾਕਸ ਨੂੰ ਆਪਾਂ ਕੀ ਹੱਥਾਂ ਨਾਲ ਧੱਕ ਰਹੇ ਹਾਂ,
ਤਾਂ ਆਪਣੇ ਜਿਹੜੇ ਹੱਥ ਨੇ ਉਹ ਕੀ ਬਾਕਸ ਨਾਲ ਟੱਚ ਦੇ ਵਿੱਚ ਨੇਗੇ, ਇਸ ਕਰਕੇ ਇਹ ਕੀ ਹੈ ਕੰਟੈਕਟ ਬਣਿਆ ਹੋਇਆ ਆਪਣੇ ਹੱਥਾਂ ਤੇ ਬਾਕਸ ਦਾ, ਇਹਨੂੰ ਕਹਿੰਦੇ ਆਪਾਂ ਕੰਟੈਕਟ ਫੋਰਸ। ਕੰਟੈਕਟ ਫੋਰਸ ਤਿੰਨ ਤਰ੍ਹਾਂ ਦੀ ਹੁੰਦੀ ਹੈ, ਫ੍ਰਿਕਸ਼ਨਲ ਫੋਰਸ, ਅਪਲਾਈਡ ਫੋਰਸ, ਨਾਰਮਲ ਫੋਰਸ। ਆਪਣੇ ਕੋਲ ਹੁਣ ਫ੍ਰਿਕਸ਼ਨਲ ਫੋਰਸ ਕੀ ਹੁੰਦੀ ਹੈ, ਜਿਸ ਤਰ੍ਹਾਂ ਨਾਲ ਕਿ ਆਪਾਂ ਕੋਈ ਬਾਕਸ ਨੂੰ ਧੱਕਾ ਲਗਾ ਰਹੇ ਹਾਂ, ਠੀਕ ਹੈ, ਤਾਂ ਜਿਹੜਾ ਸਰਫੇਸ ਹੈ, ਜਿਹਦੇ ਸਰਫੇਸ ਦੇ ਉੱਪਰ ਬਾਕਸ ਰੱਖਿਆ ਹੋਇਆ, ਇਹ ਇਹਦੇ 'ਤੇ ਕੋਈ ਫੋਰਸ ਲਗਾ ਰਿਹਾ ਸਰਫੇਸ, ਇਹਨੂੰ ਕੀ ਹੈ ਧੱਕਾ ਮਾਰਨ 'ਚ ਰੁਕਾਵਟ ਪੈਦਾ ਕਰ ਰਹੇ ਆ ਰਗੜ ਬਲ। ਫ੍ਰਿਕਸ਼ਨਲ ਫੋਰਸ ਹੁੰਦਾ ਰਗੜ ਬਲ, ਰਗੜ ਪੈਦਾ ਕਰ ਰਹੇ ਆ, ਜਿਹਦੇ ਕਰਕੇ ਕੀ ਹੈ ਇਹ ਕੀ ਇੱਕ ਕੰਟੈਕਟ ਫੋਰਸ ਹੈ, ਕਿਉਂਕਿ ਇੱਕ ਸਰਫੇਸ ਵੀ ਟੱਚ ਦੇ ਵਿੱਚ ਹੈ ਬਾਕਸ ਦੇ। ਸੈਕਿੰਡ ਹੈਗਾ ਅਪਲਾਈਡ ਫੋਰਸ। ਅਪਲਾਈਡ ਕਿ ਕਿਸੇ ਵੀ ਚੀਜ਼ ਦੇ ਉੱਪਰ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ। ਨੈਕਸਟ ਹੈਗਾ ਨਾਰਮਲ ਫੋਰਸ। ਨਾਰਮਲ ਹੁੰਦਾ ਕਿ ਪਰਪੈਂਡੀਕੂਲਰ ਦਿਸ਼ਾ ਦੇ ਵਿੱਚ, ਲੰਬ ਦੇ ਵਿੱਚ 90 ਡਿਗਰੀ 'ਤੇ ਆਪਾਂ ਕੋਈ ਜਿਹੜਾ ਬਲ ਲਗਾ ਰਹੇ ਹਾਂ, ਉਹਨੂੰ ਕਹਿੰਦੇ ਆਪਾਂ ਨਾਰਮਲ ਫੋਰਸ। ਨੈਕਸਟ ਹੈ ਨੋਨ ਕੰਟੈਕਟ ਫੋਰਸ, ਕਿ ਕੁਛ ਇਹੋ ਜਿਹੀਆਂ ਫੋਰਸਿਸ ਵੀ ਨੇ ਜਿਨ੍ਹਾਂ ਦੇ ਵਿੱਚ ਟੱਚ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਖੁਦ ਹੀ ਹੋ ਜਾਂਦੀਆਂ ਨੇ। ਫੋਰਸ ਇਨ ਵਿਚ ਨੋ ਫਿਜ਼ੀਕਲ ਕੰਟੈਕਟ ਬਿਟਵੀਨ ਬੋਡੀਜ਼, ਕੋਈ ਫਿਜ਼ੀਕਲ ਕੰਟੈਕਟ ਨਹੀਂ ਹੁੰਦਾ, ਜਿਵੇਂ ਕਿ ਗ੍ਰੈਵੀਟੇਸ਼ਨਲ, ਗੁਰਤਵਾਕਰਸ਼ਣ ਬਲ, ਠੀਕ ਹੈ। ਇਹ ਕਿਹਦੇ ਵਿੱਚ ਹੁੰਦਾ, ਜਿਸ ਤਰ੍ਹਾਂ ਨਾਲ ਕਿ ਆਪਣੇ ਕੋਲ ਸੂਰਜ ਹੈ, ਸਨ ਹੈ, ਇਹਦੇ ਆਲੇ ਦੁਆਲੇ ਕੀ ਹੈ ਸਾਰੇ ਗ੍ਰਹਿ ਨੇ ਜਿਹੜੇ ਮੂਵ ਕਰਦੇ ਆ, ਜਿਵੇਂ ਕਿ ਅਰਥ। ਹੁਣ ਅਰਥ ਅਤੇ ਸਨ ਦੇ ਵਿੱਚ ਕੋਈ ਕੰਟੈਕਟ ਨਹੀਂ ਹੈਗਾ, ਬਟ ਇਹਨਾਂ ਦੇ ਵਿੱਚ ਫਿਰ ਵੀ ਫੋਰਸ ਇੱਕ ਐਗਜ਼ਿਸਟ ਕਰ ਰਹੀ ਹੈ। ਜਿਸ ਤਰ੍ਹਾਂ ਨਾਲ ਆਪਾਂ ਕੀ ਹੈ ਕੋਈ ਵੀ ਆਬਜੈਕਟ ਉੱਪਰ ਵੱਲ ਨੂੰ ਦੇਖਦੇ ਹਾਂ ਤਾਂ ਵਾਪਸ ਧਰਤੀ ਵੱਲ ਨੂੰ ਆਉਂਦਾ, ਕਾਹਦੇ ਕਰਕੇ ਗ੍ਰੈਵੀਟੇਸ਼ਨਲ, ਗ੍ਰੈਵਿਟੀ ਕਰਕੇ। ਤਾਂ ਇਹਨਾਂ ਵਿੱਚ ਕੋਈ ਕੰਟੈਕਟ ਤਾਂ ਹੈ ਨਹੀਂ, ਪਰ ਫਿਰ ਵੀ ਇਹ ਫੋਰਸ ਅਪਲਾਈ ਹੋ ਰਹੀ ਹੈ। ਇਸ ਕਰਕੇ ਬਿਨਾਂ ਕੰਟੈਕਟ ਤੋਂ ਜਿਹੜੀ ਵੀ ਫੋਰਸ ਅਪਲਾਈ ਹੋਵੇ ਉਸ ਨੂੰ ਕਹਿੰਦੇ ਆਪਾਂ ਨੋਨ ਕੰਟੈਕਟ ਫੋਰਸ। ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ, ਗ੍ਰੈਵੀਟੇਸ਼ਨਲ ਫੋਰਸ, ਇਲੈਕਟ੍ਰੋਸਟੈਟਿਕ ਫੋਰਸ, ਮੈਗਨੈਟਿਕ ਫੋਰਸ। ਗ੍ਰੈਵੀਟੇਸ਼ਨਲ ਫੋਰਸ ਆਪਾਂ ਦੇਖ ਲਿਆ। ਇਲੈਕਟ੍ਰੋਸਟੈਟਿਕ ਫੋਰਸ ਹੁੰਦੀ ਹੈ ਜਿਹੜੀ ਫੋਰਸ ਚਾਰਜਸ ਦੇ ਵਿੱਚ ਹੋਵੇ। ਆਪਾਂ ਨੂੰ ਪਤਾ ਹੈ ਕਿ ਅਪੋਜ਼ਿਟ ਚਾਰਜ, ਪੋਜ਼ੀਟਿਵ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਆ, ਅਤੇ ਸੇਮ ਟਾਈਪ ਦੇ ਜਿਵੇਂ ਪੋਜ਼ੀਟਿਵ ਜਾਂ ਫਿਰ ਨੈਗੇਟਿਵ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਆ, ਰਿਪੈਲ ਕਰਦੇ ਆ, ਅਤੇ ਅਲੱਗ-ਅਲੱਗ ਟਾਈਪ ਦੇ ਕੀ ਕਰਦੇ ਆ ਅਟਰੈਕਟ ਕਰਦੇ ਆ। ਥਰਡ ਆ ਗਈ ਆਪਣੇ ਕੋਲ ਮੈਗਨੈਟਿਕ ਫੋਰਸ। ਮੈਗਨੈਟਿਕ ਫੋਰਸ ਹੁੰਦੀ ਹੈ ਜਿਹੜੀ ਮੈਗਨੇਟਸ ਦੇ ਕਰਕੇ ਹੁੰਦੀ ਹੈ, ਚੁੰਬਕੀ ਫੋਰਸ, ਠੀਕ ਹੈ। ਜਿਸ ਤਰ੍ਹਾਂ ਕੋਈ ਆਇਰਨ ਦੇ, ਲੋਹੇ ਦੀਆਂ ਕੋਈ ਵੀ ਚੀਜ਼ਾਂ ਨੇ ਆਪਣੇ ਕੋਲ, ਉਹਨਾਂ ਨੂੰ ਕੀ ਚੁੰਬਕ ਆਪਣੇ ਵੱਲ ਖੁਦ ਖਿੱਚ ਲੈਂਦੀ ਹੈ ਬਿਨਾਂ ਕਿਸੇ ਕੰਟੈਕਟ ਦੇ। ਇਸ ਕਰਕੇ ਇਹ ਕੀ ਆ ਗਈ ਨੋਨ ਕੰਟੈਕਟ ਫੋਰਸ। ਤੁਸੀਂ ਕੰਟੈਕਟ ਐਂਡ ਨੋਨ ਕੰਟੈਕਟ ਫੋਰਸ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਲਰਨ ਕਰਨਾ ਹੈ। ਤੁਹਾਨੂੰ ਕੀ ਕੁਐਸਚਨ MCQ ਇਸ ਤਰ੍ਹਾਂ ਬਣ ਸਕਦਾ ਕਿ 4 ਆਪਸ਼ਨ ਦੇ ਕੇ ਪੁੱਛ ਸਕਦੇ ਆ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਨੋਨ ਕੰਟੈਕਟ ਫੋਰਸ ਹੈ, ਜਾਂ ਫਿਰ ਇਹਨਾਂ ਵਿੱਚੋਂ ਕਿਹੜਾ ਨੋਨ ਕੰਟੈਕਟ ਨਹੀਂ ਹੈਗਾ, ਠੀਕ ਹੈ। ਇਸ ਤਰ੍ਹਾਂ ਨਾਲ ਜਿਹੜਾ MCQ ਬਣ ਸਕਦਾ ਹੈ। ਨੈਕਸਟ ਆਪਣੇ ਕੋਲ ਹੈ ਬੈਲੈਂਸਡ ਫੋਰਸ। ਬੈਲੈਂਸ ਮਤਲਬ ਕਿ ਸੰਤੁਲਿਤ, ਇੱਕੋ ਜਿਹਾ ਬੈਲੈਂਸ ਹੋਇਆ ਹੋਇਆ, ਠੀਕ ਹੈ। ਇਫ ਦ ਰਿਜ਼ਲਟੈਂਟ ਆਫ ਆਲ ਦਾ ਫੋਰਸ ਐਕਟਿੰਗ ਔਨ ਦਾ ਬੋਡੀ ਇਜ਼ 0 ਦੈਨ ਫੋਰਸ ਇਜ਼ ਕਾਲਡ ਬੈਲੈਂਸਡ ਫੋਰਸ। ਬੈਲੈਂਸਡ ਫੋਰਸ ਕਿਸ ਤਰ੍ਹਾਂ ਨਾਲ, ਕਿ ਮੰਨ ਲਓ ਕੋਈ ਆਬਜੈਕਟ ਸੀ, ਉਹਦੇ ਚਾਰੋਂ ਤਰਫ ਤੋਂ ਕੀ ਹੈ ਫੋਰਸ ਲੱਗ ਰਹੀ ਹੈ, ਅਤੇ ਜਿਹੜੀ ਫੋਰਸ ਲੱਗ ਰਹੀ ਹੈ ਉਹ ਇੱਕੋ ਜਿਹੀ ਫੋਰਸ ਹੈ, ਹਰ ਤਰਫ ਤੋਂ ਸੇਮ ਫੋਰਸ ਲੱਗ ਰਹੀ ਹੈ। ਜਦੋਂ ਚਾਰਾਂ ਪਾਸਿਆਂ ਤੋਂ ਬਰਾਬਰ ਫੋਰਸ ਲੱਗ ਰਹੀ ਹੈ, ਇਹਦਾ ਮਤਲਬ ਜਿਹੜੀ ਇਹ ਚੀਜ਼ ਹੈ ਉਹ ਕਿਸੇ ਪਾਸੇ ਵੀ ਨਹੀਂ ਜਾਊਗੀ। ਜਦੋਂ ਇਹ ਕਿਸੇ ਪਾਸੇ ਵੀ ਨਹੀਂ ਜਾਊਗੀ ਤਾਂ ਜਿਹੜੀ ਨੈੱਟ ਫੋਰਸ ਹੋਊਗੀ ਉਹ ਕੀ ਹੋਊਗੀ 0, ਬੈਲੈਂਸ ਕਰ ਗਈਆਂ ਬਿਲਕੁਲ ਸਾਰੀਆਂ ਫੋਰਸ। ਇਸ ਕਰਕੇ ਕੋਈ ਵੀ ਨੈੱਟ ਮੂਵਮੈਂਟ ਨਹੀਂ ਹੁੰਦੀ, ਕੋਈ ਵੀ ਚੇਂਜ ਪੋਜੀਸ਼ਨ ਦੇ ਵਿੱਚ ਨਹੀਂ ਹੁੰਦਾ। ਨੋਟ ਦੇਖੋ ਬੈਲੈਂਸਡ ਫੋਰਸ ਕੈਨੋਟ ਪ੍ਰੋਡਿਊਸ ਮੋਸ਼ਨ ਇਨ ਅ ਸਟੇਸ਼ਨਰੀ ਬੋਡੀ। ਸਟੇਸ਼ਨਰੀ ਮਤਲਬ ਕੋਈ ਚੀਜ਼ ਖੜੀ ਹੈ ਤਾਂ ਉਹਦੇ ਵਿੱਚ ਕੋਈ ਵੀ ਮੋਸ਼ਨ ਪੈਦਾ ਨਹੀਂ ਹੁੰਦਾ, ਉਹ ਖੜੀ ਹੈ ਮਤਲਬ ਉਹ ਰੈਸਟ 'ਚ ਹੀ ਰਹਿਣਾ ਪਸੰਦ ਕਰੂ, ਖੜੀ ਹੀ ਰਹੂਗੀ। ਜੇ ਕੋਈ ਬੋਡੀ ਆਪਾਂ ਸਟੋਪ ਕਰਾਂਗੇ ਤਾਂ ਆਪਾਂ ਨੂੰ ਐਕਸਟਰਨਲ ਕੋਈ ਵੀ ਬਾਹਰੋਂ ਜਿਹੜੀ ਫੋਰਸ ਆ ਲਗਾਉਣੀ ਪਊਗੀ। ਦੇ ਕੈਨ ਚੇਂਜ ਦਾ ਸ਼ੇਪ ਆਫ ਦਾ ਬੋਡੀ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਵੀ ਬੋਡੀ ਪਈ ਸੀ, ਆਪਾਂ ਨੇ ਕੀ ਉਹਦੇ 'ਤੇ ਪ੍ਰੈਸ਼ਰ ਪਾ ਕੇ ਫੋਰਸ ਲਗਾ ਕੇ ਉਹਦੀ ਸ਼ੇਪ ਚੇਂਜ ਕਰਤੀ, ਉਹਦਾ ਸਾਈਜ਼ ਬਦਲਤਾ, ਪਰ ਉਹ ਜਿੱਥੇ ਹੈਗੀ ਸੀ ਉਸੇ ਜਗ੍ਹਾ 'ਤੇ ਰਹੂਗੀ, ਮੂਵ ਨਹੀਂ ਕਰਦੀ। ਇਸ ਕਰਕੇ ਇਹਨੂੰ ਕਹਿੰਦੇ ਆਪਾਂ ਬੈਲੈਂਸਡ ਫੋਰਸ। ਨੈਕਸਟ ਆਪਣੇ ਕੋਲ ਹੈਗਾ ਅਨਬੈਲੈਂਸਡ, ਅਸੰਤੁਲਿਤ ਬਲ। ਅਸੰਤੁਲਿਤ ਮਤਲਬ ਜਿਹੜੀ ਕੀ ਹੈ ਬੈਲੈਂਸ ਨਹੀਂ ਹੋਊਗੀ। ਮੰਨ ਲਓ ਆਪਣੇ ਕੋਲ ਕੋਈ ਚੀਜ਼ ਸੀ, ਇਹਦੇ ਉੱਪਰ ਆਪਾਂ ਇੱਧਰੋਂ ਕੀ ਹੈ 10 ਨਿਊਟਨ ਫੋਰਸ ਲਗਾਈ, ਇੱਧਰੋਂ ਕੀ ਆਪਾਂ ਨੇ 15 ਨਿਊਟਨ ਫੋਰਸ ਲਗਾਈ, ਤਾਂ ਆਪਾਂ ਨੂੰ ਪਤਾ ਇੱਧਰ ਫੋਰਸ ਆਪਾਂ ਜ਼ਿਆਦਾ ਲਗਾ ਰਹੇ ਹਾਂ, ਤਾਂ ਜਿਹੜਾ ਇਹ ਆਬਜੈਕਟ ਹੈ ਇਹ ਬੋਡੀ ਕਿੱਧਰ ਨੂੰ ਜਾਊਗੀ, ਇੱਧਰ ਨੂੰ, ਕਿਉਂਕਿ ਇੱਧਰੋਂ ਫੋਰਸ ਜ਼ਿਆਦਾ ਲੱਗ ਰਹੀ ਹੈ, ਠੀਕ ਹੈ। ਬੈਲੈਂਸ ਨਹੀਂ ਕਰੀ ਫੋਰਸ, ਇੱਧਰ 10 ਸੀ ਇੱਧਰ 15, ਤਾਂ ਬੈਲੈਂਸ ਨਹੀਂ ਕਰੀ। ਇਸ ਕਰਕੇ ਜਿੱਧਰ ਜ਼ਿਆਦਾ ਫੋਰਸ ਹੈ ਉੱਧਰੋਂ ਦੂਸਰੀ ਵਾਲੀ ਸਾਈਡ 'ਤੇ ਕੀ ਹੈ ਕੋਈ ਵੀ ਆਬਜੈਕਟ ਮੂਵ ਕਰ ਜੂਗਾ। ਕੁਛ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਹਾਂ, ਕਾਮਨ ਐਗਜ਼ਾਮਪਲ ਦੋਨਾਂ ਫੋਰਸ ਨੂੰ ਸਮਝਣ ਵਾਸਤੇ। ਐਗਜ਼ਾਮਪਲ ਹੈ ਟਗ ਆਫ ਬਾਰ। ਜਿਵੇਂ ਆਪਾਂ ਰੱਸਾ ਕਸੀ ਦੀ ਗੇਮ ਖੇਡਦੇ ਹਾਂ, ਰੱਸਾ ਖਿੱਚਣਾ, ਠੀਕ ਹੈ। ਉਹਦੇ ਵਿੱਚ ਕੀ ਹੁੰਦਾ 2 ਟੀਮਾਂ ਹੁੰਦੀਆਂ ਨੇ,
ਉਹ ਕੀ ਕਰਦੀਆਂ ਨੇ, ਰੱਸਾ ਖਿੱਚਦੀਆਂ ਨੇ, ਪੁੱਲ ਕਰਦੀਆਂ ਨੇ। ਪੁੱਲ ਮਤਲਬ ਖਿੱਚਣਾ, ਰੱਸਾ ਖਿੱਚਦੇ ਨੇ ਅਪੋਜ਼ਿਟ ਡਾਇਰੈਕਸ਼ਨ ਤੋਂ। ਇੱਕ ਟੀਮ ਇਸ ਤਰ੍ਹਾਂ, ਇੱਕ ਟੀਮ ਇੱਧਰ ਹੈ, ਇੱਕ ਟੀਮ ਇੱਧਰ ਹੈ, ਠੀਕ ਹੈ। ਜਦੋਂ ਦੋਨੇ ਟੀਮਸ ਨੇ ਜਿਹੜੀਆਂ ਬਰਾਬਰ ਫੋਰਸ ਲਗਾ ਰਹੀਆਂ ਨੇ, ਉਦੋਂ ਜਿਹੜਾ ਰੱਸਾ ਕਿਸੇ ਪਾਸੇ ਵੀ ਨਹੀਂ ਜਾਂਦਾ, ਇਕੁਅਲ ਰਹਿੰਦਾ, ਠੀਕ ਹੈ। ਉਹਨੂੰ ਕਹਿੰਦੇ ਆਪਾਂ ਬੈਲੈਂਸਡ ਫੋਰਸ। ਜਦੋਂ ਕੀ ਹੈ, ਇੱਕ ਪਾਸੇ ਜ਼ਿਆਦਾ ਫੋਰਸ ਲੱਗ ਜੇ ਤਾਂ ਉਹ ਮੂਵ ਕਰ ਜਾਂਦਾ ਉਸ ਸਾਈਡ ਵੱਲ, ਠੀਕ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਅਨਬੈਲੈਂਸਡ, ਅਸੰਤੁਲਿਤ ਫੋਰਸ। ਨੈਕਸਟ ਆਪਣੇ ਕੋਲ ਹੈਗਾ ਟਾਰਕ ਔਰ ਮੋਮੈਂਟ ਆਫ ਫੋਰਸ। ਹੁਣ ਟਾਰਕ ਕੀ ਚੀਜ਼ ਹੈ, ਇੱਕ ਮੈਥਮੈਟੀਕਲ ਕੁਆਂਟਿਟੀ ਹੈ, ਇਹਨੂੰ ਤੁਸੀਂ ਲਰਨ ਕਰਨਾ ਕੀ ਹੁੰਦਾ ਇਹ। ਦ ਟਰਨਿੰਗ ਇਫੈਕਟ ਆਫ ਅ ਬੋਡੀ ਬਾਈ ਫੋਰਸ ਅਪਲਾਈਡ ਟੂ ਅ ਰੋਟੇਸ਼ਨਲ ਸਿਸਟਮ ਐਟ ਅ ਡਿਸਟੈਂਸ ਫਰੋਮ ਦ ਐਕਸਿਸ ਆਫ ਦ ਰੋਟੇਸ਼ਨ ਆਫ ਸਿਸਟਮ। ਕਿ ਕੋਈ ਸਿਸਟਮ ਹੈ ਜਿਸ ਤਰ੍ਹਾਂ ਕੀ ਹੈ, ਇਹ ਰੋਟੇਟ ਕਰ ਰਿਹਾ, ਰੋਟੇਟ ਮਤਲਬ ਕਿਸ ਤਰ੍ਹਾਂ ਨਾਲ ਘੁੰਮ ਰਿਹਾ, ਰੋਟੇਟ ਕਰ ਰਹੇ ਹੈ, ਠੀਕ ਹੈ। ਆਪਾਂ ਨੇ ਦੇਖਣਾ ਕਿ ਇਹ ਰੋਟੇਟ ਕਰਦੇ ਹੋਏ ਵਿੱਚ ਆਪਾਂ ਕਿੰਨੀ ਫੋਰਸ ਲਾਵਾਂਗੇ ਅਤੇ ਕਿੰਨੀ ਦੂਰੀ ਉਹ ਤੈਅ ਕਰ ਜੂਗਾ, ਠੀਕ ਹੈ। ਦੇਖੋ ਇਹਦੇ ਨਾਲ ਸਮਝੋ, ਆਪਣਾ ਡਾਇਗਰਾਮ ਦਿੱਤੀ ਹੈ ਜਿਹੜੀ ਸਾਈਡ 'ਤੇ, ਇਹਦੇ ਵਿੱਚ ਕੀ ਹੈ, ਆਹ ਕੀ ਹੈ, ਮੇਨ ਐਕਸਿਸ ਹੈ, ਇਹ ਕੀ ਹੈ, ਮੂਵਮੈਂਟ ਆਫ ਆਰਮ, ਡਿਸਟੈਂਸ ਹੈ ਜਿਹੜਾ ਮੂਵ ਕਰੂਗਾ। ਜੇ ਆਪਾਂ ਇੱਧਰ ਫੋਰਸ ਲਗਾਈ, ਇਹ ਕੀ ਹੈ, ਇੱਧਰ ਨੂੰ ਮੂਵ ਕਰ ਗਿਆ, ਠੀਕ ਹੈ। ਤਾਂ ਇਹਦੇ ਵਿੱਚ ਕੀ ਆਹ ਐਂਗਲ ਬਣ ਗਿਆ ਥੀਟਾ। ਇਹ ਕੀ ਆਪਣੇ ਕੋਲ ਲਾਈਨ ਆਫ ਐਕਸ਼ਨ, ਪਰਪੈਂਡੀਕੂਲਰ ਲਾਈਨ। ਇਹ ਵਾਲੀ ਲਾਈਨ ਕੀ ਆਪਣੇ ਕੋਲ, ਪੁਆਇੰਟ ਆਫ ਐਪਲੀਕੇਸ਼ਨ। ਤਾਂ ਰੋਟੇਟ ਕਰਕੇ ਇਹਦੇ ਵਿੱਚ ਤੁਸੀਂ ਸਿਰਫ ਕੀ ਯਾਦ ਰੱਖਣਾ ਹੈ, ਆਹ ਵਾਲਾ ਰਿਲੇਸ਼ਨ ਯਾਦ ਰੱਖਣਾ ਹੈ। ਜਿਹੜੀ ਆਹ ਵਾਲੀ ਚੀਜ਼ ਹੈ ਇਹਨੂੰ ਬੋਲਦੇ ਆ ਟਾਰਕ, ਯਾਨੀ ਕਿ ਟੋ ਇਹਦਾ ਸਿੰਬਲ ਹੈ, ਬਰਾਬਰ ਕਰਦੇ ਆ ਫੋਰਸ ਇਨਟੂ ਡਿਸਟੈਂਸ। ਡਿਸਟੈਂਸ ਕੀ ਹੈ, ਐਕਸਿਸ ਤੋਂ, ਮੇਨ ਐਕਸਿਸ ਤੋਂ ਕਿੰਨਾ ਡਿਸਟੈਂਸ ਹੈ, ਇਹ ਵਾਲਾ ਰਿਲੇਸ਼ਨ ਤੁਸੀਂ ਨੇ ਯਾਦ ਕਰਨਾ। ਨੈਕਸਟ ਆਪਣੇ ਕੋਲ ਹੈਗਾ ਕੁਛ ਇੰਪੋਰਟੈਂਟ ਨੋਟ ਹੈ। ਟਾਰਕ ਔਰ ਮੋਮੈਂਟ ਆਫ ਫੋਰਸ ਇਜ਼ ਅ ਵੈਕਟਰ ਕੁਆਂਟਿਟੀ। ਇਹ ਕੀ ਇੱਕ ਵੈਕਟਰ ਕੁਆਂਟਿਟੀ ਹੈ, ਮਤਲਬ ਇਹਦਾ ਮੈਗਨੀਟਿਊਡ ਵੀ ਹੈਗਾ, ਇਹਦਾ ਕੀ ਹੈ ਡਾਇਰੈਕਸ਼ਨ ਵੀ ਹੈਗੀ ਆ। ਇਹ ਬਾਰ-ਬਾਰ ਰਿਪੀਟ ਹੋ ਰਹੀ ਹੈ। ਵੈਕਟਰ ਅਤੇ ਸਕੇਲਰ ਨੂੰ ਚੰਗੀ ਤਰ੍ਹਾਂ ਨਾਲ ਕਲੀਅਰ ਕਰ ਲਿਓ। ਇਹਦਾ ਰਿਲੇਸ਼ਨ ਤੁਸੀਂ ਆਹ ਵਾਲਾ ਯਾਦ ਕਰਨਾ ਹੈ। ਇਹਦੀ ਐਸਆਈ ਯੂਨਿਟ ਕੀ ਹੈ, ਨਿਊਟਨ ਮੀਟਰ। ਨਿਊਟਨ ਮੀਟਰ ਕਿਵੇਂ ਆਇਆ, ਆਪਾਂ ਨੂੰ ਪਤਾ ਹੈ ਆਰ ਕੀ ਹੈ, ਡਿਸਟੈਂਸ ਹੈ, ਇਹਦੀ ਯੂਨਿਟ ਹੁੰਦੀ ਹੈ ਮੀਟਰ। ਐਫ ਕੀ ਹੈ, ਫੋਰਸ ਆਪਾਂ ਪੜ੍ਹਿਆ, ਦੀ ਯੂਨਿਟ ਕੀ ਹੁੰਦੀ ਹੈ ਨਿਊਟਨ। ਤਾਂ ਫਿਰ ਟੋ ਦੀ ਕੀ ਬਣ ਗਈ, ਨਿਊਟਨ ਮੀਟਰ। ਕਲੀਅਰ। ਨੈਕਸਟ ਆਪਣੇ ਕੋਲ ਹੈਗਾ ਨਿਊਟਨਸ ਲਾ ਆਫ ਮੋਸ਼ਨ। ਨਿਊਟਨ ਸੀ, ਦੇਖੋ ਆਪਾਂ ਜਾਣਦੇ ਹਾਂ ਕਿ ਸਾਇੰਟਿਸਟ ਸੀ ਨਿਊਟਨ। ਉਹਨੇ ਕੀ ਆਪਣੇ ਲਾ ਦਿੱਤੇ ਸੀਗੇ, 3 ਲਾ ਦਿੱਤੇ ਸੀ ਮੋਸ਼ਨ ਦੇ। ਆਪਾਂ ਇਹਦੇ ਬਾਰੇ ਜਾਣਦੇ ਹਾਂ। ਸਰ ਆਈਸਕ ਨਿਊਟਨ ਇਹਨਾਂ ਦਾ ਪੂਰਾ ਨਾਮ ਸੀ। ਹੂ ਵਾਜ਼ ਅ ਗ੍ਰੇਟ ਫਿਜ਼ਿਸਟ, ਐਸਟਰੋਨੋਮਰ, ਮੈਥਮੈਟੀਸ਼ੀਅਨ, ਪ੍ਰਪੋਂਡਰ ਦ ਲਾ ਆਫ ਮੋਸ਼ਨ ਇਨ ਹਿਜ਼ ਬੁੱਕ ਪ੍ਰਿੰਸੀਪਾ। ਪ੍ਰਿੰਸੀਪਿਆ ਇਹਦੇ ਕੀ ਹੈ, ਪ੍ਰਿੰਸੀਪਲਸ ਵੀ ਕਹਿ ਸਕਦੇ ਹਾਂ, ਪ੍ਰਿੰਸੀਪਲ ਸਿਧਾਂਤ, ਫਿਜ਼ਿਕਸ ਦੇ ਸਿਧਾਂਤ ਸੀ ਜਿਹੜੇ ਉਹਦੀ ਇੱਕ ਬੁੱਕ ਸੀ, ਠੀਕ ਹੈ। ਇਹ ਕੀ ਸੀ, ਇੱਕ ਫਿਜ਼ਿਸਟ ਵੀ ਸੀਗੇ, ਠੀਕ ਹੈ, ਇੱਕ ਕੀ ਐਸਟਰੋਨੋਮਰ ਵੀ ਸੀ, ਮੈਥਮੈਟੀਸ਼ੀਅਨ ਵੀ ਸੀਗੇ। ਇਹਨਾਂ ਨੇ ਕੀ ਆਪਣੀ ਇੱਕ ਬੁੱਕ ਬਣਾਈ ਸੀ ਜਿਹਦੇ ਵਿੱਚ ਇਹਨਾਂ ਨੇ ਆਪਣੇ 3 ਜਿਹੜੇ ਲਾ ਆਫ ਮੋਸ਼ਨ ਦਿੱਤੇ ਸੀ। ਆਪਾਂ ਇੱਕ ਇੱਕ ਲਾ ਕਰਕੇ ਪੜ੍ਹਦੇ ਹਾਂ। ਫਸਟ ਲਾ ਆਪਣੇ ਕੋਲ ਹੈਗਾ ਫਸਟ ਲਾ ਆਫ ਮੋਸ਼ਨ। ਹੁਣ ਫਸਟ ਲਾ ਕਹਿੰਦਾ ਕੀ ਆਪਾਂ ਨੂੰ, ਅ ਬੋਡੀ ਐਟ ਰੈਸਟ ਵਿਲ ਰਿਮੇਨ ਐਟ ਰੈਸਟ and a body in motion will continue in motion in straight line with a uniform speed unless it is compelled by an external force to change its state of rest or uniform motion। ਹੁਣ ਦੇਖੋ ਸਿੰਪਲ ਭਾਸ਼ਾ ਦੇ ਵਿੱਚ ਜੇ ਆਪਾਂ ਸਮਝੀਏ ਤਾਂ ਫਸਟ ਲਾ ਆਫ ਮੋਸ਼ਨ ਜਿਹੜਾ ਬਹੁਤ ਸੌਖਾ ਸੀਗਾ। ਇਹਦੇ ਵਿੱਚ ਕੀ ਕਿਹਾ ਸੀ ਕਿ ਕੋਈ ਵੀ ਚੀਜ਼ ਆ ਜਿਹੜੀ ਜੇ ਉਹ ਰੈਸਟ ਦੇ ਉੱਪਰ ਖੜੀ ਹੈ ਤਾਂ ਉਹ ਕੀ ਕਰਦੀ ਹੈ, ਹਮੇਸ਼ਾ ਰੈਸਟ 'ਤੇ ਹੀ ਰਹਿੰਦੀ ਹੈ। ਮਤਲਬ ਜੇ ਕੋਈ ਚੀਜ਼ ਵਿਰਾਮ ਅਵਸਥਾ ਵਿੱਚ ਹੈ ਤਾਂ ਕਿ ਵਿਰਾਮ ਹੀ ਰਹਿੰਦੀ ਹੈ, ਖੜੀ ਹੀ ਰਹਿੰਦੀ ਹੈ। ਜਿੰਨਾ ਟਾਈਮ ਤੱਕ ਆਪਾਂ ਬਾਹਰੋਂ ਕੋਈ ਉਹ 'ਤੇ ਬਲ ਨਹੀਂ ਲਗਾਉਂਦੇ, ਬਾਹਰੋਂ ਕੋਈ ਫੋਰਸ ਨਹੀਂ ਲਾਉਂਦੇ, ਉਹ ਕੀ ਰੈਸਟ 'ਚ ਹੀ ਰਹੂਗੀ। ਅਗਰ ਕੋਈ ਚੀਜ਼ ਗਤੀ ਦੇ ਵਿੱਚ ਹੈ, ਮੂਵ ਕਰ ਰਹੀ ਹੈ, ਤਾਂ ਉਹ ਹਮੇਸ਼ਾ ਗਤੀ 'ਚ ਹੀ ਰਹਿੰਦੀ ਹੈ। ਕਦੋਂ ਤੱਕ, ਜਦੋਂ ਤੱਕ ਆਪਾਂ ਉਹਨੂੰ ਕੋਈ ਬਾਹਰੋਂ ਬਲ ਲਗਾ ਕੇ ਰੋਕਦੇ ਨਹੀਂ। ਜਿਸ ਤਰ੍ਹਾਂ ਕਿ ਅਗਰ ਕਾਰ ਜਾ ਰਹੀ ਹੈ ਤਾਂ ਉਹ ਚੱਲੀ ਜਾਊਗੀ ਜਿੰਨਾ ਟਾਈਮ ਆਪਾਂ ਬ੍ਰੇਕ ਨਹੀਂ ਲਗਾਉਂਦੇ, ਠੀਕ ਹੈ। ਇਸੇ ਤਰ੍ਹਾਂ ਨਾਲ ਜੇ ਕੋਈ ਚੀਜ਼ ਖੜੀ ਹੈ ਉਹਨੂੰ ਆਪਾਂ ਧੱਕਾ ਨਹੀਂ ਮਾਰਦੇ, ਉਹ ਖੜੀ ਹੀ ਰਹੂਗੀ ਉੱਥੇ ਹੀ। ਇਹ ਕੀ ਸੀ, ਫਸਟ ਲਾ ਆਫ ਮੋਸ਼ਨ ਸੀ ਕਿ ਜੇਕਰ ਕੋਈ ਚੀਜ਼ ਖੜੀ ਹੈ ਤਾਂ ਉਹ ਖੜੀ ਰਹੂਗੀ, ਜੇ ਕੋਈ ਚੀਜ਼ ਚੱਲ ਰਹੀ ਹੈ ਉਹ ਚੱਲਦੀ ਹੀ ਜਾਊਗੀ। ਕਦੋਂ ਤੱਕ, ਜਦੋਂ ਤੱਕ ਆਪਾਂ ਉਹ 'ਤੇ ਕੋਈ ਬਾਹਰੀ ਬਲ ਆ ਜਿਹੜਾ ਅਪਲਾਈ ਨਹੀਂ ਕਰਦੇ। ਬਹੁਤ ਈਜ਼ੀ ਜਿਹੜਾ ਇਹ ਲਾ ਸੀਗਾ। ਇਹਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ ਕਿ ਫਸਟ ਲਾ ਸੀ ਜਿਹੜਾ ਉਹ ਆਪਾਂ ਨੂੰ ਇਨਰਸ਼ੀਆ ਵੀ ਦੱਸਦਾ ਹੈ। ਇਨਰਸ਼ੀਆ ਕੀ ਹੈ, ਸਮਰੱਥਾ ਹੁੰਦੀ ਹੈ ਕਿਸੇ ਚੀਜ਼ ਦੀ। ਸਮਰੱਥਾ ਮਤਲਬ ਕਿ ਜੇ ਕੋਈ ਚੀਜ਼ ਖੜੀ ਹੈ ਤਾਂ ਉਹ ਖੜੀ ਰਹੂਗੀ, ਉਹਦੇ ਵਿੱਚ ਸਮਰੱਥਾ ਕਿ ਉਹ ਖੜੀ ਹੀ ਰਹੂਗੀ। ਜੇ ਕੋਈ ਚੀਜ਼ ਚੱਲ ਰਹੀ ਹੈ ਤਾਂ ਉਹ ਚੱਲਦੀ ਹੀ ਜਾਊਗੀ। ਇਸ ਕਰਕੇ ਫਸਟ ਲਾ ਨੂੰ ਆਪਾਂ ਕੀ ਕਹਿੰਦੇ ਹਾਂ, ਲਾ ਆਫ ਇਨਰਸ਼ੀਆ। ਇਨਰਸ਼ੀਆ ਕੀ ਹੁੰਦਾ, ਜੜਤਾ, ਮਤਲਬ ਕਿ ਉਹਦੇ ਕੋਲ ਆਪਦੇ ਕੋਲ ਸਮਰੱਥਾ ਕਿ ਉਹ ਚੀਜ਼ ਇਹ ਪ੍ਰੋਪਰਟੀ ਨੂੰ ਕਰ ਸਕਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਨਰਸ਼ੀਆ ਕੀ ਚੀਜ਼ ਹੈ। ਇਨਰਸ਼ੀਆ ਕੀ ਚੀਜ਼ ਹੈ, ਆਪਾਂ ਪਹਿਲਾਂ ਸਮਰੱਥਾ ਸੀਗੀ,
द टेंडेंसी ऑफ अ बॉडी टू रिमेन एट रेस्ट और इफ मूविंग टू कंटिन्यू इन मूविंग इन अ स्ट्रेट लाइन इज कॉल्ड इनर्शिया। कि कोई भी बॉडी कोले कोई भी ऑब्जैक्ट कोले आपदे कोले इन्नी क समर्था हैगी आ कि जे वो रैसट ते आ तां रैसट ते रहूगी, जे वो चीज़ मोशन दे विच आ गति दे विच आ तां गति 'च ही रहूगी। ਇਹ ਕੀ ਉਹਦਾ ਆਪਦਾ ਇਨਰਸ਼ੀਆ ਹੈ। ਇਹ ਇਨਰਸ਼ੀਆ ਉਦੋਂ ਤੱਕ ਰਹਿੰਦਾ ਜਦੋਂ ਤੱਕ ਆਪਾਂ ਕੋਈ ਬਾਹਰੋਂ ਵਾਲਾ ਜਿਹੜਾ ਨਹੀਂ ਲਗਾਉਂਦੇ। ਠੀਕ ਹੈ, ਇਨਰਸ਼ੀਆ ਦੀਆਂ 3 ਤਰ੍ਹਾਂ ਦੀਆਂ ਟਾਈਪਸ ਨੇਗੀਆਂ, ਬਹੁਤ ਈਜ਼ੀ ਟਾਈਪਸ ਨੇ। ਫਸਟ ਹੈਗਾ ਇਨਰਸ਼ੀਆ ਆਫ ਰੈਸਟ। ਹੁਣ ਇਨਰਸ਼ੀਆ ਆਫ ਰੈਸਟ ਆਪਾਂ ਨੂੰ ਕੀ ਦੱਸਦਾ ਕਿ ਜੇ ਕੋਈ ਚੀਜ਼ ਖੜੀ ਹੈ ਤਾਂ ਉਹ ਖੜੀ ਰਹੂਗੀ ਉਸੇ ਪੋਜੀਸ਼ਨ 'ਤੇ ਜਿੰਨਾ ਟਾਈਮ ਆਪਾਂ ਕੋਈ ਬਾਹਰੋਂ ਫੋਰਸ ਨਹੀਂ ਲਗਾਈ। ਜੇ ਕੋਈ ਚੀਜ਼ ਗਤੀ ਦੇ ਵਿੱਚ ਹੈ ਤਾਂ ਉਹ ਗਤੀ ਦੇ ਵਿੱਚ ਹੀ ਰਹੂਗੀ ਜਿੰਨਾ ਟਾਈਮ ਆਪਾਂ ਉੱਤੇ ਫੋਰਸ ਲਾ ਕੇ ਉਹਨੂੰ ਰੋਕ ਦੇਣੀ। ਠੀਕ ਹੈ, ਥਰਡ ਹੈਗਾ ਇਨਰਸ਼ੀਆ ਆਫ ਡਾਇਰੈਕਸ਼ਨ ਕਿ ਜਿੰਨਾ ਟਾਈਮ ਆਪਾਂ ਕਿਸੇ ਚੀਜ਼ ਦੀ ਦਿਸ਼ਾ ਚੇਂਜ ਨਹੀਂ ਕਰਦੇ, ਖੁਦ ਬਦਲਦੇ ਨਹੀਂ, ਉਹ ਉਸੇ ਦਿਸ਼ਾ ਦੇ ਵਿੱਚ ਸਟ੍ਰੇਟ ਲਾਈਨ 'ਚ ਸਿੱਧੀ ਰੇਖਾ ਦੇ ਵਿੱਚ ਚੱਲਦੀ ਰਹਿੰਦੀ ਉਹ ਚੀਜ਼। ਕਲੀਅਰ। ਨੈਕਸਟ ਆਪਣੇ ਕੋਲ ਇੱਕ ਨੋਟ ਹੈ। ਨੋਟ ਕੀ ਹੈ? ਮਾਸ ਇਜ਼ ਮੈਜ਼ਰ ਆਫ ਇਨਰਸ਼ੀਆ ਆਫ ਬੋਡੀ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੁੰਦਾ। ਇਹਦਾ ਕੀ ਮਤਲਬ ਹੈ? ਮਾਸ ਕੀ ਹੁੰਦਾ? ਪੁੰਜ, ਭਾਰ। ਇਹਦਾ ਕੀ ਮਤਲਬ ਹੈ ਕਿ ਜਿਹੜੀ ਬੋਡੀ ਦਾ ਕਿਸੇ ਵੀ ਚੀਜ਼ ਦਾ ਜਿੰਨਾ ਜ਼ਿਆਦਾ ਭਾਰ ਹੋਊਗਾ ਉਹਦਾ ਇਨਰਸ਼ੀਆ ਉਸੇ ਹਿਸਾਬ ਨਾਲ ਹੋਊਗਾ। ਠੀਕ ਹੈ, ਜਿਹਦਾ ਜ਼ਿਆਦਾ ਵੇਟ ਹੋਊਗਾ, ਜ਼ਿਆਦਾ ਭਾਰ ਹੋਊਗਾ, ਉਹਦਾ ਇਨਰਸ਼ੀਆ ਵੀ ਜ਼ਿਆਦਾ ਹੋਊਗਾ। ਜਿਹਦਾ ਘੱਟ ਹੋਊਗਾ ਵੇਟ, ਉਹਦਾ ਕੀ ਹੈ? ਇਨਰਸ਼ੀਆ ਵੀ ਘੱਟ ਹੋਊਗਾ। ਠੀਕ ਹੈ, ਸਭ ਤੋਂ ਪਹਿਲੀ ਗੱਲ ਤਾਂ ਆਪਾਂ ਮਾਸ ਅਤੇ ਵੇਟ 'ਚ ਫ਼ਰਕ ਸਮਝਦੇ ਹਾਂ। ਮਾਸ ਅਤੇ ਵੇਟ 'ਚ ਕੀ ਫ਼ਰਕ ਹੈ? ਜਿਹੜਾ ਆਪਣਾ ਮਾਸ ਹੈ ਯਾਨੀ ਕਿ ਆਪਣਾ ਪੁੰਜ, ਭਾਰ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਉਹ ਕਦੇ ਵੀ ਬਦਲਦਾ ਨਹੀਂ। ਠੀਕ ਹੈ, ਕਿ ਪੋਜੀਸ਼ਨ ਬਦਲਣ ਦੇ ਨਾਲ ਕਿ ਜਿਵੇਂ ਆਪਾਂ ਧਰਤੀ ਦੇ ਅਲੱਗ-ਅਲੱਗ ਜਗ੍ਹਾ 'ਤੇ ਜਾ ਰਹੇ ਹਾਂ ਤਾਂ ਮਾਸ ਕੀ ਹੈ? ਸੇਮ ਰਹਿੰਦਾ, ਪੁੰਜ ਸੇਮ ਰਹਿੰਦਾ। ਪਰ ਜਿਹੜਾ ਵੇਟ ਹੈ ਇਹ ਕੀ ਹੈ? ਬਦਲ ਜਾਂਦਾ। ਵੇਟ ਹੈ ਘੱਟ ਵੱਧ ਸਕਦਾ। ਇਹਦੇ 'ਤੇ ਕਿਹੜੀ ਚੀਜ਼ ਇਫੈਕਟ ਕਰ ਰਹੀ ਹੈ? ਗ੍ਰੈਵਿਟੀ। ਵੇਟ ਦਾ ਜਿਹੜਾ ਰਿਲੇਸ਼ਨ ਆ ਉਹ ਗ੍ਰੈਵਿਟੀ ਦੇ ਨਾਲ ਹੈ। ਹੁੰਦੇ ਦੋਨੇ ਹੀ ਭਾਰ ਨੇ ਪਰ ਮਾਸ ਆ ਜਿਹੜਾ ਉਹ ਹਰੇਕ ਜਗ੍ਹਾ 'ਤੇ ਸੇਮ ਰਹਿੰਦਾ। ਵੇਟ ਆ ਜਿਹੜਾ ਪੋਜੀਸ਼ਨ ਬਦਲਣ ਦੇ ਨਾਲ ਬਦਲ ਜਾਂਦਾ। ਇਹਨਾਂ 'ਚ ਕਨਫਿਊਜ਼ਨ ਕਲੀਅਰ ਹੋਈ। ਨੈਕਸਟ ਪੁਆਇੰਟ ਹੈ ਆਪਣੇ ਕੋਲ ਹੈਵੀ ਓਬਜੈਕਟਸ ਹੈਵ ਮੋਰ ਇਨਰਸ਼ੀਆ ਦੈਨ ਲਾਈਟ ਓਬਜੈਕਟਸ। ਆਪਾਂ ਪੜ੍ਹੀ ਇਹ ਚੀਜ਼ ਵੀ ਜਿਹਦਾ ਜਿੰਨਾ ਜ਼ਿਆਦਾ ਭਾਰ ਹੋਊਗਾ ਉਹਦਾ ਇਨਰਸ਼ੀਆ, ਉਹਦੀ ਸਮਰੱਥਾ ਵੀ ਉਹਦੇ ਕੋਲ ਉਨੀ ਜ਼ਿਆਦਾ ਹੋਊਗੀ। ਜਿਵੇਂ ਕ੍ਰਿਕਟ ਦੀ ਬੋਲ ਹੈ ਜਿਹੜੀ, ਉਹਦਾ ਇਨਰਸ਼ੀਆ ਜ਼ਿਆਦਾ ਹੈ ਕਿਉਂਕਿ ਉਹਦਾ ਵੇਟ ਜ਼ਿਆਦਾ ਹੈ। ਰਬੜ ਦੀ ਬੋਲ ਹੈ ਜਿਹੜੀ, ਉਹਦਾ ਕੀ ਹੈ? ਮਾਸ ਘੱਟ ਹੈ, ਇਸ ਕਰਕੇ ਉਹਦਾ ਇਨਰਸ਼ੀਆ ਵੀ ਘੱਟ ਹੈ। ਹੁਣ ਆਪਾਂ ਕੁਛ ਐਗਜ਼ਾਮਪਲਸ ਦੇ ਨਾਲ ਇਨਰਸ਼ੀਆ ਨੂੰ ਸਮਝਦੇ ਹਾਂ ਕਿ ਇਨਰਸ਼ੀਆ ਚੀਜ਼ ਕੀ ਹੁੰਦੀ ਹੈ। ਆਪਣੇ ਕੋਲ ਹੈਗਾ ਐਗਜ਼ਾਮਪਲਸ ਆਫ ਇਨਰਸ਼ੀਆ। ਫਸਟ ਹੈ ਵੈਨ ਅ ਕਾਰ ਔਰ ਅ ਬੱਸ ਸਟਾਰਟ ਸਡਨਲੀ ਦ ਪੈਸੇਂਜਰਸ ਫਾਲ ਬੈਕਵਰਡ। ਕਿ ਆਪਾਂ ਦੇਖਦੇ ਹਾਂ ਕਿ ਕਿਸੇ ਬੱਸ ਦੇ ਵਿੱਚ ਆਪਾਂ ਬੈਠੇ ਹਾਂ, ਜਦੋਂ ਅਚਾਨਕ ਬੱਸ ਚੱਲਦੀ ਹੈ ਤਾਂ ਆਪਾਂ ਪਿੱਛੇ ਵੱਲ ਨੂੰ ਮੂਵ ਕਰ ਜਾਂਦੇ ਹਾਂ। ਕਿਉਂ ਮੂਵ ਕਰ ਜਾਂਦੇ ਹਾਂ? ਕਿਉਂਕਿ ਆਪਾਂ ਤਾਂ ਹਜੇ ਰੈਸਟ 'ਚ ਹੀ ਬੈਠੇ ਸੀ, ਵਿਰਾਮ ਪੋਜੀਸ਼ਨ ਦੇ ਵਿੱਚ ਹੀ ਸੀਗੇ, ਪਰ ਬੱਸ ਕੀ ਹੈ? ਮੋਸ਼ਨ ਦੇ ਵਿੱਚ ਆ ਗਈ ਤਾਂ ਆਪਣੀ ਬੋਡੀ ਹਜੇ ਰੈਸਟ 'ਤੇ ਸੀ। ਇਸ ਕਰਕੇ ਪੋਜੀਸ਼ਨ ਆਪਣੇ ਕੋਲ ਕੀ ਹੈਗਾ? ਪੋਜੀਸ਼ਨ ਬਦਲਣ ਦੇ ਨਾਲ ਆਪਾਂ ਕੀ ਹੈ? ਬੈਕਵਰਡ ਚਲੇ ਜਾਂਦੇ ਹਾਂ, ਪਿੱਛੇ। ਇਸੇ ਤਰ੍ਹਾਂ ਨਾਲ ਹੁੰਦਾ ਹੈ ਕਿ ਜਦੋਂ ਆਪਾਂ ਕੀ ਆ, ਕੋਈ ਬੱਸ ਚੱਲ ਰਹੀ ਹੈ, ਆਪਾਂ ਕੀ ਬੱਸ ਦੇ ਨਾਲ ਆਪਣੀ ਬੋਡੀ ਵੀ ਹੈ ਜਿਹੜੀ ਉਹ ਮੋਸ਼ਨ ਦੇ ਵਿੱਚ ਹੈ, ਪਰ ਜਦੋਂ ਬੱਸ ਅਚਾਨਕ ਰੁਕ ਜੇ ਤਾਂ ਆਪਾਂ ਅੱਗੇ ਵੱਲ ਨੂੰ ਜਾਂਦੇ ਹਾਂ। ਕਿਉਂ? ਕਿਉਂਕਿ ਬੱਸ ਸੀ ਜਿਹੜੀ ਰੈਸਟ ਦੇ ਵਿੱਚ ਆ ਗਈ ਪਰ ਆਪਾਂ ਅਜੇ ਵੀ ਮੋਸ਼ਨ ਦੇ ਵਿੱਚ ਸੀਗੇ। ਠੀਕ ਹੈ, ਕਿਉਂਕਿ ਆਪਣਾ ਇਨਰਸ਼ੀਆ ਜਿਹੜਾ ਉਹ ਆਪਾਂ ਨੂੰ ਉਸ ਸਟੇਟ ਦੇ ਵਿੱਚ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦਾ। ਇਨਰਸ਼ੀਆ ਉਹ ਸਮਰੱਥਾ ਜਿਹੜੀ ਆਪਾਂ ਨੂੰ ਜਿਹੜੀ ਪੋਜੀਸ਼ਨ 'ਚ ਆਪਾਂ ਚੱਲ ਰਹੇ ਹਾਂ, ਰੈਸਟ 'ਚ ਤਾਂ ਰੈਸਟ 'ਚ ਰੱਖਦੀ ਆ, ਮੋਸ਼ਨ 'ਚ ਤਾਂ ਮੋਸ਼ਨ 'ਚ ਰੱਖਦੀ ਆ ਕੁਛ ਟਾਈਮ ਦੇ ਲਈ। ਠੀਕ ਹੈ, ਸੈਕਿੰਡ ਪੁਆਇੰਟ ਹੈਗਾ ਵੈਨ ਅ ਹੈਂਗਿੰਗ ਕਾਰਪੈਟ ਇਜ਼ ਬੀਟਨ ਵਿਦ ਸਟਿਕ ਦ ਡਸਟ ਪਾਰਟੀਕਲ ਸਟਾਰਟ ਕਮਿੰਗ ਆਊਟ ਆਫ ਇਟ। ਇਹਦੇ ਵਿੱਚ ਕੀ ਹੈ ਕਿ ਕੋਈ ਵੀ ਆਪਣੇ ਕੋਲ ਪਰਦਾ ਜਾਂ ਕੋਈ ਚਾਦਰ ਹੈ, ਆਪਾਂ ਕੀ ਕਰਦੇ ਹਾਂ? ਉਹਦੇ 'ਤੇ ਡਸਟ, ਬਹੁਤ ਸਾਰਾ ਰੇਤਾ ਪਿਆ ਹੋਇਆ, ਮੰਨ ਲਓ ਡਸਟ ਪਈ ਹੋਈ ਆ, ਆਪਾਂ ਨੂੰ ਕੀ ਹੈ? ਕੋਈ ਡੰਡਾ ਸੋਟੀ ਲੈ ਕੇ ਉਹਨੂੰ ਕੀ ਹੈ? ਝਾੜਦੇ ਹਾਂ ਤਾਂ ਕਿ ਸਾਰੀ ਡਸਟ ਨੀਚੇ ਡਿੱਗ ਜਾਂਦੀ ਆ। ਕਿਉਂ? ਕਿਉਂਕਿ ਜਿਹੜਾ ਚਾਦਰ ਸੀਗੀ ਉਹ ਕੀ ਹੈ? ਮੋਸ਼ਨ ਦੇ ਵਿੱਚ ਆ ਗਈ, ਗਤੀ 'ਚ ਆ ਗਈ, ਪਰ ਜਿਹੜੇ ਉਹਦੇ 'ਤੇ ਡਸਟ ਦੇ ਪਾਰਟੀਕਲ ਸੀ ਉਹ ਕੀ ਸੀ? ਰੈਸਟ ਦੇ ਵਿੱਚ ਸੀ। ਉਹਨਾਂ ਨੇ ਆਪਣੀ ਪੋਜੀਸ਼ਨ ਨਹੀਂ ਬਦਲੀ, ਇਸ ਕਰਕੇ ਉਹ ਸਾਰੇ ਕੀ ਹੈ? ਨੀਚੇ ਗਿਰ ਜਾਂਦੇ ਆ। ਥਰਡ ਐਗਜ਼ਾਮਪਲ ਹੈਗੀ ਹੈ ਬਾਈ ਸ਼ੇਕਿੰਗ ਆਫ ਟਰੀ ਲੀਵਸ ਫਾਲ ਡਾਊਨ। ਜਦੋਂ ਆਪਾਂ ਕਿਸੇ ਵੀ ਦਰਖਤ ਨੂੰ ਹਿਲਾਉਂਦੇ ਹਾਂ ਤਾਂ ਉਹਦੇ ਜਿਹੜੇ ਪੱਤੇ ਹੁੰਦੇ ਨੇ ਉਹ ਨੀਚੇ ਝੜ ਜਾਂਦੇ ਆ। ਕਿਉਂ ਝੜ ਜਾਂਦੇ ਆ? ਕਿਉਂਕਿ ਜਿਹੜਾ ਦਰਖਤ ਸੀਗਾ, ਪੇੜ ਸੀ, ਉਹ ਕੀ ਹੈ? ਗਤੀ ਵਿੱਚ ਆ ਗਿਆ ਸ਼ੇਕ ਕਰਨ ਦੇ ਨਾਲ, ਹਿਲਾਉਣ ਦੇ ਨਾਲ, ਬਟ ਜਿਹੜੇ ਉਹਦੇ ਪੱਤੇ ਸੀ ਉਹ ਕੀ ਸੀ? ਰੈਸਟ ਦੇ ਵਿੱਚ ਹੀ ਸੀ, ਇਸ ਕਰਕੇ ਹੋ ਕੇ ਨੀਚੇ ਡਿੱਗ ਜਾਂਦੇ ਆ। ਕਲੀਅਰ। ਨੈਕਸਟ ਹੈ ਆਪਣੇ ਕੋਲੇ ਨੋਟ ਹੈ ਕੁਛ। ਜਿਹੜਾ ਨਿਊਟਨ ਦਾ ਫਸਟ ਲਾ ਆਫ ਮੋਸ਼ਨ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਗੈਲੀਲੀਓਜ਼ ਲਾ ਆਫ ਇਨਰਸ਼ੀਆ ਵੀ ਕਹਿੰਦੇ ਹਾਂ। ਕੱਲਾ ਲਾ ਆਫ ਇਨਰਸ਼ੀਆ ਵੀ ਕਹਿੰਦੇ ਹਾਂ, ਗੈਲੀਲੀਓਜ਼ ਲਾ ਆਫ ਇਨਰਸ਼ੀਆ ਵੀ ਕਹਿੰਦੇ ਆ। ਸੈਕਿੰਡ ਹੈਗਾ ਨਿਊਟਨਸ ਫਸਟ ਲਾ ਆਫ ਮੋਸ਼ਨ ਗਿਵ ਅਸ ਡੈਫੀਨੇਸ਼ਨ ਆਫ ਫੋਰਸ। ਨੈਕਸਟ ਆਪਣੇ ਕੋਲ ਹੈਗਾ ਮੋਮੈਂਟਮ ਯਾਨੀ ਕਿ ਸੰਵੇਗ। ਸੰਵੇਗ ਕੀ ਚੀਜ਼ ਹੈ? ਇਹ ਇੱਕ ਮੈਥੇਮੈਟੀਕਲ ਕੁਆਂਟਿਟੀ ਆ ਕਿ ਜਦੋਂ ਆਪਾਂ ਕੀ ਕਰਦੇ ਹਾਂ? ਪ੍ਰੋਡਕਟ ਕਰਦੇ ਹਾਂ ਮਾਸ ਅਤੇ ਵੈਲੋਸਿਟੀ ਦਾ। ਮਾਸ ਤੁਹਾਨੂੰ ਪਤਾ ਹੈ ਭਾਰ ਹੁੰਦਾ ਹੈ, ਵੈਲੋਸਿਟੀ ਤੁਹਾਨੂੰ ਪਤਾ ਹੈ
ਚਾਲ ਹੁੰਦੀ ਹੈ ਕਿਸੇ ਖਾਸ ਦਿਸ਼ਾ ਦੇ ਵਿੱਚ। ਠੀਕ ਹੈ, ਇਹਦੀ ਐਸਆਈ ਯੂਨਿਟ ਕੀ ਹੋਗੀ kg ਮੀਟਰ ਪਰ ਸੈਕਿੰਡ। ਹੁਣ ਆਪਾਂ ਨੂੰ ਪਤਾ ਹੈ ਕਿ p ਬਰਾਬਰ ਕਾਹਦੇ ਹੈ mv ਦੇ। ਠੀਕ ਹੈ, ਮਾਸ ਨੂੰ ਕਿਹਦੇ ਵਿੱਚ ਮੇਜਰ ਕਰਦੇ ਹਾਂ kg ਦੇ ਵਿੱਚ, ਵੈਲੋਸਿਟੀ ਨੂੰ ਕਿਹ 'ਚ ਮੇਜਰ ਕਰਦੇ ਹਾਂ ਮੀਟਰ ਪਰ ਸੈਕਿੰਡ। ਇਸ ਕਰਕੇ ਮੋਮੈਂਟਮ ਦੀ ਯੂਨਿਟ ਕੀ ਹੋਗੀ kg ਮੀਟਰ ਪਰ ਸੈਕਿੰਡਸ। ਕਲੀਅਰ। ਨੈਕਸਟ ਆਪਣੇ ਕੋਲ ਹੈਗਾ ਕਿ ਇਹ ਕੀ ਇੱਕ ਵੈਕਟਰ ਕੁਆਂਟਿਟੀ ਆ। ਵੈਕਟਰ ਕੁਆਂਟਿਟੀ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਇਹਦਾ ਮੈਗਨੀਟਿਊਡ ਵੀ ਹੈਗਾ, ਡਾਇਰੈਕਸ਼ਨ ਵੀ ਹੈਗੀ ਆ। ਨੈਕਸਟ ਹੈਗਾ ਇਫ ਅ ਬੋਡੀ ਇਜ਼ ਐਟ ਰੈਸਟ ਇਟਸ ਮੋਮੈਂਟਮ ਇਜ਼ 0। ਹਾਂਜੀ, ਆਪਾਂ ਨੂੰ ਪਤਾ ਹੈ ਕਿ ਮੋਮੈਂਟਮ ਕੀ ਹੁੰਦੀ ਹੈ ਮਾਸ ਇਨਟੂ ਵੈਲੋਸਿਟੀ। ਅਗਰ ਆਪਾਂ ਵੈਲੋਸਿਟੀ 0 ਕਰਤੀ, ਮੰਨ ਲਓ ਮਾਸ ਕੀ ਹੈ 5 kg ਹੈ, ਵੈਲੋਸਿਟੀ ਕੀ ਹੈ 0 ਕਰਤੀ, ਆਪਾਂ ਨੂੰ ਪਤਾ ਕਿ 0 ਨੂੰ ਆਪਾਂ ਕਿਸੇ ਵੀ ਚੀਜ਼ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ ਕੀ ਆਉਂਦਾ ਹੈ 0। ਇਸ ਕਰਕੇ ਮੋਮੈਂਟਮ ਵੀ ਕੀ ਹੋਗੀ 0 ਹੋਗੀ। ਕਲੀਅਰ। ਨੈਕਸਟ ਆਪਣੇ ਕੋਲ ਹੈ ਸੈਕਿੰਡ ਲਾ ਆਫ ਮੋਸ਼ਨ। ਮੋਸ਼ਨ ਦਾ ਸੈਕਿੰਡ ਲਾ ਕੀ ਹੈ, ਇਹ ਕੀ ਹੈ ਰੇਟ ਆਫ ਚੇਂਜ ਆਫ ਮੋਮੈਂਟਮ। ਠੀਕ ਹੈ, ਆਪਾਂ ਮੋਮੈਂਟਮ ਬਾਰੇ ਪੜ੍ਹ ਚੁੱਕੇ ਹਾਂ ਕੀ ਹੁੰਦਾ ਹੈ ਕਿ ਜਦੋਂ ਮੋਮੈਂਟਮ ਹੈ ਜਿਹੜਾ ਟਾਈਮ ਦੇ ਨਾਲ ਬਦਲਣ ਲੱਗ ਜਾਂਦਾ ਹੈ ਉਹ ਕੀ ਹੁੰਦਾ ਫੋਰਸ ਦੇ ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਹੁੰਦਾ ਹੈ। ਇਹਨੂੰ ਆਪਾਂ ਲਿਖ ਸਕਦੇ ਹਾਂ ਕਿ ਫੋਰਸ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਡੀਪੀ। ਡੀਪੀ ਕੀ ਹੈ ਚੇਂਜ ਇਨ ਮੋਮੈਂਟਮ, ਕਿ ਆਪਣੇ ਕੋਲ ਮੋਮੈਂਟਮ ਸੰਵੇਗ ਬਦਲ ਰਿਹਾ ਕਿਹਦੇ ਨਾਲ ਟਾਈਮ ਦੇ ਬਦਲਣ ਦੇ ਨਾਲ। ਠੀਕ ਹੈ, ਇਹ ਕੀ ਆਪਣੇ ਕੋਲੇ ਸੈਕਿੰਡ ਲਾ ਜਿਹਨੂੰ ਆਪਾਂ ਅੱਗੇ ਜਾ ਕੇ ਪ੍ਰੂਵ ਕਰਾਂਗੇ। ਠੀਕ ਹੈ, ਇਹ ਵਾਲਾ ਪਾਰਟ ਆਪਾਂ ਅੱਗੇ ਡਿਸਕਸ ਕਰਾਂਗੇ। ਫਸਟਲੀ ਆਪਾਂ ਮੋਮੈਂਟਮ ਦੇਖ ਲਈਏ। ਆਪਾਂ ਕੀ ਹੈ ਫੋਰਸ ਬਰਾਬਰ ਕਾਹਦੇ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਚੇਂਜ ਇਨ ਮੋਮੈਂਟਮ ਵਿਦ ਰਿਸਪੈਕਟ ਟੂ ਟਾਈਮ। ਆਪਾਂ ਨੂੰ ਪਤਾ ਕਿ ਆਪਾਂ ਪ੍ਰਪੋਰਸ਼ਨੈਲਿਟੀ ਹਟਾ ਕੇ ਕੋਈ ਕੌਨਸਟੈਂਟ ਲਾ ਦਿੰਦੇ ਹਾਂ, ਆਪਾਂ ਨੇ ਕੀ ਲਗਾਤਾ। ਠੀਕ ਹੈ, ਉਸ ਤੋਂ ਬਾਅਦ 'ਚ ਆਪਾਂ ਨੂੰ ਪਤਾ ਕਿ ਚੇਂਜ ਇਨ ਮੋਮੈਂਟਮ ਕੀ ਚੀਜ਼ ਹੈ, ਪਹਿਲਾਂ ਆਪਣੇ ਕੋਲ ਵੈਲੋਸਿਟੀ u ਸੀ, ਫਿਰ ਕੀ ਹੈ v ਹੋ ਗਈ, ਤਾਂ ਆਪਾਂ ਚੇਂਜ ਇਨ ਮੋਮੈਂਟਮ ਕੀ ਲਿਖ ਸਕਦੇ ਹਾਂ mv ਮਾਈਨਸ mu। ਠੀਕ ਹੈ, ਵਿਦ ਰਿਸਪੈਕਟ ਟੂ ਟਾਈਮ ਆ ਤਾਂ ਨੀਚੇ ਆਪਾਂ ਕੀ ਕਰਤਾ t ਲਗਾ ਦਿੱਤਾ। ਹੁਣ ਆਪਣੇ ਕੋਲ ਕੀ ਹੈ ਆਪਾਂ ਨੂੰ ਪਤਾ ਪ੍ਰਪੋਰਸ਼ਨੈਲਿਟੀ ਹਟਾ ਕੇ ਆਪਾਂ ਕੀ ਹੈ k ਲਗਾਉਣੇ ਹੁੰਦੇ ਆ, k ਲਗਾਤਾ। ਇਹਨਾਂ 'ਚੋਂ ਮਾਸ ਕੀ ਆਪਾਂ ਨੇ ਸਾਂਝਾ ਕੱਢ ਲਿਆ, ਬਾਹਰ ਕਾਮਨ ਕੱਢ ਲਿਆ, ਅੰਦਰ ਕੀ ਰਹਿ ਗਿਆ v ਮਾਈਨਸ u ਡਿਵਾਈਡ ਬਾਈ t। ਆਪਾਂ ਪਿੱਛੇ ਪੜ੍ਹ ਕੇ ਆਏ ਕਿ v ਮਾਈਨਸ u ਵਟੇ t ਕੀ ਹੁੰਦਾ ਐਕਸਲਰੇਸ਼ਨ ਹੁੰਦਾ, ਇਸ ਕਰਕੇ ਆਪਾਂ ਇਹਦੀ ਜਗ੍ਹਾ 'ਤੇ ਐਕਸਲਰੇਸ਼ਨ ਵੀ ਪੁੱਟ ਕਰ ਸਕਦੇ ਹਾਂ। ਠੀਕ ਹੈ, ਆਪਣੇ ਕੋਲ ਕੀ ਹੋ ਗਿਆ f ਬਰਾਬਰ ਹੈ KMA। ਫਿਰ ਜਦੋਂ ਆਪਾਂ ਨੇ ਐਕਸਪੈਰੀਮੈਂਟ ਕੀਤੇ ਕਾਫੀ ਸਾਰੀ ਚੀਜ਼ਾਂ ਦੀ ਵੈਲਿਊ ਜਦੋਂ 1 ਰੱਖ ਕੇ ਦੇਖੀ ਤਾਂ ਆਪਣੇ ਕੋਲ ਫਾਈਂਡ ਹੋ ਗਿਆ ਕਿ ਜਿਹੜਾ k ਹੈ ਉਹਦੀ ਵੈਲਿਊ ਐਕਸਪੈਰੀਮੈਂਟਲੀ ਕੀ ਹੁੰਦੀ ਆ 1 ਹੁੰਦੀ ਆ। ਇਸ ਕਰਕੇ ਆਪਾਂ ਇਸ ਰਿਲੇਸ਼ਨ ਦੇ ਵਿੱਚ 1 ਵੈਲਿਊ ਪੁੱਟ ਕਰ ਦਿੱਤੀ ਤਾਂ ਆਪਣੇ ਕੋਲ ਕੀ ਬਣ ਗਿਆ f = ma। ਇਹ ਕੀ ਹੈ ਨਿਊਟਨ ਦੇ ਸੈਕਿੰਡ ਲਾ ਦੇ ਕੀ ਹੈ ਮੈਥਮੈਟੀਕਲ ਇਕੁਏਸ਼ਨ ਹੈ। ਤੁਸੀਂ ਯਾਦ ਕਰਨਾ ਹੈ f ਬਰਾਬਰ ma ਕੀ ਹੈ ਇਕੁਏਸ਼ਨ ਆਫ ਮੋਸ਼ਨ ਹੈ ਸੈਕਿੰਡ। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ a ਦੀ ਜਗ੍ਹਾ 'ਤੇ ਆਪਾਂ ਵੈਲਿਊ ਪੁੱਟ ਕਰਕੇ। ਤਾਂ ਆਹ ਵਾਲੇ ਦੋਨੇ ਜਿਹੜੇ ਫਾਰਮੂਲੇ ਤੁਸੀਂ ਯਾਦ ਰੱਖਣੇ ਆ ਨਿਊਟਨ ਦੇ ਸੈਕਿੰਡ ਲਾ ਆਫ ਮੋਸ਼ਨ ਦੇ ਫਾਰਮੂਲੇ ਵਾਲੇ। ਨੈਕਸਟ ਹੈਗਾ SI ਯੂਨਿਟ ਆਫ ਫੋਰਸ। ਫੋਰਸ ਦੇ SI ਯੂਨਿਟ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕੀ ਹੁੰਦੀ ਹੈ ਨਿਊਟਨ ਹੁੰਦੀ ਹੈ। ਅਗਰ ਆਪਾਂ ਸੈਕਿੰਡ ਯੂਨਿਟ ਦੇਖੀਏ ਇਹਦੇ ਹਿਸਾਬ ਨਾਲ ਕਿ F ਬਰਾਬਰ ਹੈ M × A। ਇਹ ਵਾਲਾ ਰਿਲੇਸ਼ਨ ਦੇ ਅਕੋਰਡਿੰਗ ਆਪਾਂ ਯੂਨਿਟ ਦੇਖੀਏ F ਬਰਾਬਰ ma। ਆਪਾਂ ਨੂੰ ਪਤਾ ਕਿ ਮਾਸ ਕੀ ਹੁੰਦਾ ਹੈ kg ਦੇ ਵਿੱਚ। ਐਕਸਲਰੇਸ਼ਨ ਆਪਾਂ ਪਿਛਲੇ ਚੈਪਟਰ ਵਿੱਚ ਪੜ੍ਹਿਆ ਸੀ ਕੀ ਹੁੰਦਾ ਹੈ ਮੀਟਰ ਪਰ ਸੈਕਿੰਡ ਸਕੁਅਰ। ਤਾਂ ਇਹਦੀ ਕੀ ਹੈ ਸੈਕਿੰਡ ਯੂਨਿਟ ਇਹ ਬਣ ਗਈ। ਕਲੀਅਰ। ਨੈਕਸਟ ਹੈਗਾ ਆਪਣੇ ਕੋਲੇ ਥਰਡ ਲਾ ਆਫ ਮੋਸ਼ਨ। ਥਰਡ ਲਾ ਆਫ ਮੋਸ਼ਨ ਬਹੁਤ ਈਜ਼ੀ ਹੈ। ਇਹਦੇ ਵਿੱਚ ਕੀ ਕਹਿੰਦੇ ਆਪਾਂ ਨੂੰ whenever one body exert a force on another body the second body exert equal and opposite force on it। ਕੀ ਕਹਿੰਦੇ ਆ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਉੱਪਰ ਫੋਰਸ ਲਾਉਣੀ ਆ ਤਾਂ ਉਹ ਚੀਜ਼ ਬੈਕ ਆਪਣੇ 'ਤੇ ਵੀ ਉਨੀ ਹੀ ਫੋਰਸ ਲਾਉਂਦੀ ਆ। ਠੀਕ ਹੈ, ਇਹਦੇ ਕੀ ਹੈ ਅਨਦਰ ਡੈਫੀਨੇਸ਼ਨ ਦੇਖੋ ਇਹ ਈਜ਼ੀ ਹੈ ਕਿ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਅਪੋਜ਼ਿਟ ਰਿਐਕਸ਼ਨ। ਹਰੇਕ ਚੀਜ਼ ਦੇ ਕੋਲੇ ਇਕੁਅਲ ਅਤੇ ਅਪੋਜ਼ਿਟ ਕੀ ਹੈ ਰਿਐਕਸ਼ਨ ਹੁੰਦਾ ਹੈ। ਇਹਦੇ ਵਿੱਚ ਕੀ ਹੈ ਕਿ ਜਿੰਨੀ ਫੋਰਸ ਆਪਾਂ ਕਿਸੇ ਚੀਜ਼ 'ਤੇ ਲਾਵਾਂਗੇ ਉਨੀ ਫੋਰਸ ਵਾਪਸ ਆਪਣੇ 'ਤੇ ਵੀ ਲੱਗੂਗੀ। ਠੀਕ ਹੈ, ਐਗਜ਼ਾਮਪਲ ਨਾਲ ਤਾਂ ਮੈਨੂੰ ਜ਼ਿਆਦਾ ਕਲੀਅਰ ਹੋਊਗਾ। ਜਿਸ ਤਰ੍ਹਾਂ ਕੀ ਹੈ ਡੂਰਿੰਗ ਫਾਇਰਿੰਗ ਆਫ ਅ ਬੁਲੇਟ ਦਾ ਗਨ ਰਿਕੋਇਲ ਬੈਕ ਵਿਦ ਗ੍ਰੇਟ ਫੋਰਸ। ਕਿ ਜਦੋਂ ਆਪਾਂ ਕੀ ਹੈ ਕੋਈ ਗੋਲੀ ਚਲਾਉਂਦੇ ਹਾਂ, ਠੀਕ ਹੈ ਕਿਸੇ ਬੰਦੂਕ ਦੇ ਨਾਲ ਕੋਈ ਗੋਲੀ ਚਲਾ ਰਹੇ ਹਾਂ, ਜਿੰਨੀ ਸਪੀਡ ਦੇ ਨਾਲ ਗੋਲੀ ਹੈ ਜਿਹੜੀ ਅੱਗੇ ਨੂੰ ਜਾਊਗੀ ਉਨੀ ਸਪੀਡ ਦੇ ਨਾਲ ਜਿਹੜੀ ਬੰਦੂਕ ਹੈ ਉਹ ਆਪਾਂ ਨੂੰ ਪਿੱਛੇ ਨੂੰ ਝਟਕਾ ਮਾਰੂਗੀ। ਠੀਕ ਹੈ, ਆਪਣੇ ਬੈਕ ਮੋਢੇ 'ਤੇ ਸ਼ੋਲਡਰ 'ਤੇ ਕੀ ਝਟਕਾ ਵੱਜੂਗਾ ਉਨੀ ਹੀ ਤੇਜ਼ੀ ਦੇ ਨਾਲ ਜਿੰਨੀ ਤੇਜ਼ੀ ਨਾਲ ਗੋਲੀ ਬਾਹਰ ਜਾਊਗੀ। ਠੀਕ ਹੈ, ਇਹਨੂੰ ਕਹਿੰਦੇ ਆਪਾਂ ਥਰਡ ਲਾ ਆਫ ਮੋਸ਼ਨ।
ਸਿਮਿਲਰ ਹੈਗਾ ਆਪਣੇ ਕੋਲੇ ਟੂ ਡਰਾਈਵ ਵਾਟਰ ਬੋਟ ਫॉरवर्ड ਦ ਬੈਂਬੋ ਸਟਿਕ ਇਜ਼ ਪ੍ਰੈਸਡ ਇਨਟੂ ਦ ਲੈਂਡ ਆਫ ਵਾਟਰ। ਕਿਵੇਂ ਕਰਦੇ ਆਪਾਂ, ਕੋਈ ਕਿਸ਼ਤੀ ਆ, ਕਿਸ਼ਤੀ ਚਲਾ ਰਹੇ ਹਾਂ ਆਪਾਂ, ਤਾਂ ਅਗਰ ਆਪਾਂ ਅੱਗੇ ਨੂੰ ਜਾਣਾ ਹੈ ਤਾਂ ਆਪਾਂ ਨੂੰ ਕੀ ਲੱਕੜੀ ਦਾ ਜਿਹੜਾ ਆਪਾਂ ਬੈਂਬੋ ਲੈਂਦੇ ਆ ਉਹਦੇ ਨਾਲ ਆਪਾਂ ਪਾਣੀ ਨੂੰ ਕੀ ਪਿੱਛੇ ਪਿੱਛੇ ਨੂੰ ਢੱਕਦੇ ਹਾਂ। ਜਿੰਨੀ ਫੋਰਸ ਨਾਲ ਆਪਾਂ ਪਾਣੀ ਪਿੱਛੇ ਧੱਕਾਂਗੇ ਉਨੀ ਫੋਰਸ ਨਾਲ ਕਿਸ਼ਤੀ ਹੈ ਜਿਹੜੀ ਅੱਗੇ ਚੱਲਦੀ ਜਾਊਗੀ। ਇਹ ਕੀ ਆਪਣਾ ਥਰਡ ਲਾ ਆਫ ਮੋਸ਼ਨ। ਨੈਕਸਟ ਹੈਗਾ ਜੈਟ ਐਰੋਪਲੇਨ ਯੂਟੀਲਾਈਜ਼ ਦ ਪ੍ਰਿੰਸੀਪਲ ਆਫ ਐਕਸ਼ਨ ਐਂਡ ਰਿਐਕਸ਼ਨ। ਇਸ ਪ੍ਰਿੰਸੀਪਲ ਨੂੰ ਆਪਾਂ ਐਕਸ਼ਨ ਰਿਐਕਸ਼ਨ ਪੇਅਰ ਵੀ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਨਾਲ ਕੋਈ ਐਰੋਪਲੇਨ ਮੂਵ ਕਰਦਾ ਹੈ, ਠੀਕ ਹੈ, ਜਿੰਨੀ ਸਪੀਡ ਨਾਲ ਉਹ ਅੱਗੇ ਨੂੰ ਜਾ ਰਿਹਾ ਉਨੀ ਸਪੀਡ ਨਾਲ ਪਿੱਛੇ ਕੀ ਹੈ ਆਪਾਂ ਦੇਖਦੇ ਹੁੰਦਾ ਬਾਲਣ ਜਿਹੜਾ ਫਿਊਲ ਚੱਲ ਰਿਹਾ ਹੁੰਦਾ ਹੈਗਾ, ਜਿਸ ਤਰ੍ਹਾਂ ਰੋਕਟ ਜਾਂਦਾ ਪਿੱਛੇ ਨੂੰ ਅੱਗ ਲੱਗ ਰਹੀ ਹੁੰਦੀ ਆ, ਉਹ ਕੀ ਹੈ ਇਸੇ ਥਰਡ ਲਾ ਆਫ ਮੋਸ਼ਨ ਦੇ ਕਰਕੇ ਹੀ ਹੁੰਦਾ। ਅਨਦਰ ਡੈਫੀਨੇਸ਼ਨ ਆਪਾਂ ਇਹਦੀ ਰੀਡ ਕਰ ਲਈ। ਨੈਕਸਟ ਹੈਗਾ ਆਪਣੇ ਕੋਲੇ ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ, ਸੰਵੇਗ ਦਾ ਸੁਰੱਖਿਅਨ। ਇਹ ਬਹੁਤ ਈਜ਼ੀ ਹੈ। ਇਹਦੇ ਵਿੱਚ ਕੀ ਹੈ ਆਪਾਂ ਇੱਥੇ ਦੇਖ ਕੇ ਆਏ ਸੀ ਕਿ ਜਦੋਂ ਵੀ ਦੋ ਬੋਡੀਜ਼ ਨੇ ਜਿਹੜੀਆਂ, ਠੀਕ ਹੈ, ਜਿਵੇਂ ਆਪਾਂ ਦੋ ਬੋਲ ਲੈ ਲਈਆਂ, ਉਹ ਜਦੋਂ ਕੋਲਿਜ਼ਨ ਮਤਲਬ ਕਿ ਟਕਰਾਉਣਾ, ਟਕਰਾਉਣ ਤੋਂ ਪਹਿਲਾਂ ਟਕਰਾਉਣ ਤੋਂ ਬਾਅਦ ਜਿਹੜੀ ਇਹਨਾਂ ਦੀ ਮੋਮੈਂਟਮ ਹੁੰਦੀ ਆ ਉਹ ਕੀ ਰਹਿੰਦੀ ਹੈ, ਸੇਮ ਰਹਿੰਦੀ ਹੈ। ਯਾਨੀ ਕਿ m1 u1 ਪਲੱਸ m2 u2 ਬਰਾਬਰ ਕਿਹਦੇ ਰਹਿੰਦਾ m1 v1 ਪਲੱਸ m2 v2, ਠੀਕ ਹੈ। ਇਹ ਕੀ ਮੋਮੈਂਟਮ ਕੀ ਹੈ, ਕੰਜ਼ਰਵ ਰਹਿੰਦੀ ਹੈ, ਮਤਲਬ ਕਿ ਕਦੇ ਵੀ ਨਹੀਂ ਬਦਲਦੀ ਬਿਫੋਰ ਕੋਲਿਜ਼ਨ ਐਂਡ ਆਫਟਰ ਕੋਲਿਜ਼ਨ। ਹੁਣ ਆਪਾਂ ਨੈਕਸਟ ਦੇਖਦੇ ਹਾਂ ਇਹਦੇ ਵਿੱਚ ਕੀ ਹੁੰਦਾ ਹੈ। ਕਹਿੰਦੇ ਵੈਨ ਟੂ ਔਰ ਮੋਰ ਬੋਡੀਜ਼ ਐਕਟ ਅਪੋਨ ਵਨ ਅਨਦਰ, ਇੱਕ ਦੂਜੀ 'ਤੇ ਐਕਟ ਕਰਦੀਆਂ ਨੇ ਤਾਂ ਜਿਹੜੀ ਟੋਟਲ ਮੋਮੈਂਟਮ ਆ ਉਹ ਕੀ ਹੈ, ਕੌਂਸਟੈਂਟ ਰਹਿੰਦੀ ਆ ਜਦੋਂ ਤੱਕ ਆਪਾਂ ਬਾਹਰੋਂ ਕੋਈ ਫੋਰਸ ਨਹੀਂ ਲਗਾਉਂਦੇ। ਟੋਟਲ ਮੋਮੈਂਟਮ ਬਿਫੋਰ ਕੋਲਿਜ਼ਨ ਟਕਰਾਉਣ ਤੋਂ ਪਹਿਲਾਂ ਅਤੇ ਟਕਰਾਉਣ ਤੋਂ ਬਾਅਦ ਕੀ ਹੈ, ਇੱਕੋ ਜਿਹੀ ਰਹਿੰਦੀ ਆ, ਠੀਕ ਹੈ। ਇਸ ਰਿਲੇਸ਼ਨ ਨੂੰ ਆਪਾਂ ਯਾਦ ਰੱਖਾਂਗੇ। ਇਹ ਕਾਹਦਾ ਗਾ, ਲਾ ਆਫ ਕੰਜ਼ਰਵੇਸ਼ਨ ਆਫ ਮਾਸ, ਸੰਵੇਗ ਦੇ ਸੁਰੱਖਿਅਨ ਦਾ ਫਾਰਮੂਲਾ, ਇਹਨੂੰ ਆਪਾਂ ਨੇ ਐਜ਼ ਇਟ ਇਜ਼ ਯਾਦ ਕਰਨਾ। ਹੁਣ ਜਿਹੜਾ ਇਹ ਕੰਜ਼ਰਵੇਸ਼ਨ ਆਫ ਮੋਮੈਂਟਮ ਹੈ ਇਹ ਕਿੱਥੇ ਕਿੱਥੇ ਅਪਲਾਈ ਕਰਦੇ ਆਪਾਂ ਡੇਲੀ ਰੂਟੀਨ ਦੇ ਵਿੱਚ। ਫਸਟ ਹੈਗਾ ਮੋਸ਼ਨ ਆਫ ਰੋਕੇਟ, ਜਿਵੇਂ ਰੋਕੇਟ ਮੂਵ ਕਰ ਰਹੇ ਆ ਉਹਦੇ ਵਿੱਚ ਜਿੰਨੀ ਤੇਜ਼ੀ ਨਾਲ ਉਹ ਅੱਗੇ ਨੂੰ ਜਾ ਰਿਹਾ ਉਨੀ ਤੇਜ਼ੀ ਨਾਲ ਫਿਊਲ ਪਿੱਛੇ ਐਕਟ ਕਰ ਰਹੇ ਆ, ਤਾਂ ਇਹਦੇ ਵਿੱਚ ਕੀ ਹੋ ਗਿਆ, ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਸੈਕਿੰਡ ਹੈਗਾ ਰਿਕੋਇਲਿੰਗ ਆਫ ਗਨ, ਆਪਾਂ ਪੜ੍ਹਿਆ ਸੀ ਕਿ ਬੰਦੂਕ ਝਟਕਾ ਮਾਰਦੀ ਆ ਆਪਾਂ ਨੂੰ ਜਦੋਂ ਆਪਣੀ ਗੋਲੀਆਂ ਜਿਹੜੀ ਬੁਲਟ ਅੱਗੇ ਨੂੰ ਜਾਂਦੀ ਹੈ। ਥਰਡ ਹੈਗਾ ਜੰਪਿੰਗ ਫਰੋਮ ਅ ਬੋਟ ਟੂ ਦਾ ਸ਼ੋਰ, ਜਿਸ ਤਰ੍ਹਾਂ ਆਪਾਂ ਕਿਨਾਰੇ ਦੇ ਉੱਪਰ ਕਿਸੇ ਕਿਸ਼ਤੀ ਦੇ ਵਿੱਚੋਂ ਛਾਲ ਲਗਾਉਂਦੇ ਆ ਤਾਂ ਜਿੰਨੀ ਸਪੀਡ ਦੇ ਨਾਲ ਆਪਾਂ ਛਾਲ ਲਗਾਉਂਦੇ ਉਨੀ ਸਪੀਡ ਨਾਲ ਕਿਸ਼ਤੀ ਪਿੱਛੇ ਨੂੰ ਚਲੀ ਜਾਂਦੀ ਹੈ। ਕਲੀਅਰ। ਨੈਕਸਟ ਆਪਣੇ ਕੋਲ ਇੱਕ ਕੁਐਸਚਨ ਹੈ। ਕੁਐਸਚਨ ਆਪਣੇ ਕੋਲ ਕੀ ਹੈ, ਵਾਈ ਡਸ ਅ ਕ੍ਰਿਕਟ ਪਲੇਅਰ ਲੋਅਰ ਹਿਜ਼ ਹੈਂਡਸ ਵਾਈਲ ਕੈਚਿੰਗ ਅ ਬਾਲ। ਕਿ ਜਦੋਂ ਕ੍ਰਿਕਟਰ ਹੁੰਦਾ ਹੈ ਉਹ ਕੀ ਆਪਣੇ ਹੱਥ ਪਿੱਛੇ ਨੂੰ ਕਿਉਂ ਕਰ ਲੈਂਦਾ ਜਦੋਂ ਉਹਨੇ ਬਾਲ ਨੂੰ ਕੈਚ ਕਰਨਾ ਹੁੰਦਾ, ਇਹਦੇ ਕਰਕੇ ਕੀ ਹੁੰਦਾ। ਆਨਸਰ ਹੈ ਜਦੋਂ ਵੀ ਕੋਈ ਕੈਚ ਕਰਨੀ ਹੁੰਦੀ ਹੈ ਬਾਲ ਕਿਸੇ ਕ੍ਰਿਕਟਰ ਪਲੇਅਰ ਨੇ ਤਾਂ ਆਪਣੇ ਹੱਥ ਜਿਹੜੇ ਨੀਚੇ ਨੂੰ ਕਰ ਲੈਂਦਾ। ਕਿਉਂ, ਇਸ ਤਰ੍ਹਾਂ ਕੀ ਹੋ ਜਾਂਦਾ, ਇਹਦੇ ਨਾਲ ਕੀ ਟਾਈਮ ਵੱਧ ਜਾਂਦਾ ਕੈਚ ਕਰਨ ਦਾ। ਮੰਨ ਲਓ ਉਹਨੇ ਇਸ ਪੋਜੀਸ਼ਨ 'ਤੇ ਕੈਚ ਕਰਨੀ ਸੀ, ਉਹ ਆਪਣੇ ਹੱਥ ਇੱਥੇ ਲਾਇਆ, ਇੱਥੇ ਕੈਚ ਕਰਿਆ, ਕੈਚ ਕਰਨ ਲਈ ਟਾਈਮ ਵੱਧ ਗਿਆ। ਟਾਈਮ ਵਧਣ ਨਾਲ ਕੀ ਹੋ ਗਿਆ, ਰੇਟ ਆਫ ਚੇਂਜ ਆਫ ਮੋਮੈਂਟਮ ਹੈ ਜਿਹੜੀ ਘੱਟ ਗਈ ਅਤੇ ਜਿਹੜੀ ਫੋਰਸ ਲੱਗੂਗੀ ਹੁਣ ਕੀ ਹੈ, ਘੱਟ ਲੱਗੂ। ਜੋ ਇੱਥੇ ਕੈਚ ਕਰਦਾ ਤਾਂ ਜ਼ਿਆਦਾ ਉਹਦੇ ਸੱਟ ਲੱਗ ਸਕਦੀ ਸੀ ਹੱਥਾਂ ਦੇ ਉੱਪਰ, ਜ਼ਿਆਦਾ ਤੇਜ਼ੀ ਨਾਲ ਬਾਲ ਆ ਰਹੀ ਸੀ, ਜ਼ਿਆਦਾ ਫੋਰਸ ਅਪਲਾਈ ਹੁੰਦੀ, ਪਰ ਉਹਨੇ ਟਾਈਮ ਵਧਾਤਾ ਜਿਹਦੇ ਕਰਕੇ ਰੇਟ ਆਫ ਮੋਮੈਂਟਮ ਘੱਟ ਗਿਆ। ਆਪਾਂ ਨੂੰ ਪਤਾ ਰੇਟ ਆਫ ਮੋਮੈਂਟਮ ਕਾਹਦੇ ਪ੍ਰਪੋਰਸ਼ਨਲ ਹੈ, ਫੋਰਸ ਦੀ, ਇਸ ਕਰਕੇ ਫੋਰਸ ਵੀ ਕੀ ਹੈ, ਡਿਕਰੀਜ਼ ਹੋ ਗਈ। ਆਪਾਂ ਦੇਖ ਸਕਦੇ ਹਾਂ ਕਿ ਆਪਣੇ ਕੋਲ ਕੀ ਸੀ, ਫੋਰਸ ਕੀ ਹੈ, mv-u/t ਦੇ ਬਰਾਬਰ ਹੈ। ਹੁਣ ਆਪਾਂ ਨੂੰ ਪਤਾ ਹੈ mu-v ਤਾਂ ਕੌਂਸਟੈਂਟ ਨੇ, ਤਾਂ ਫੋਰਸ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਈ, ਟਾਈਮ ਦੇ ਡਾਇਰੈਕਟਲੀ ਪ੍ਰਪੋਰਸ਼ਨਲ, ਮਤਲਬ ਕਿ ਜੇ ਟਾਈਮ ਵਧੂਗਾ ਤਾਂ ਫੋਰਸ ਵੀ ਕੀ ਹੈ, ਡਿਕਰੀਜ਼ ਕਰ ਜੂਗੀ, ਸੱਟ ਹੈ ਜਿਹੜੀ ਉਹਦੇ ਹੱਥਾਂ 'ਤੇ ਘੱਟ ਲੱਗੂਗੀ। ਕਲੀਅਰ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜਾ ਕੰਸੈਪਟ ਆ ਕਲੀਅਰ ਹੋ ਗਿਆ ਹੋਣਾ, ਠੀਕ ਹੈ। ਅਗਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣਾ ਡਾਊਟ ਕਲੀਅਰ ਕਰਿਓ। ਚੈਨਲ ਨੂੰ ਸ਼ੇਅਰ ਕਰਿਓ, ਵੀਡੀਓ ਲਾਈਕ ਕਰਿਓ ਐਂਡ ਸਬਸਕ੍ਰਾਈਬ ਕਰਿਓ। ਥੈਂਕ ਯੂ।